ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਤੇ ਆਏ। ਜਨਮ ਮਰਨ ਮਲ ਉਤਰੈ, ਸਾਚੇ ਕੇ ਗੁਣ ਗਾਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ੀਮ ਬਖਸ਼ਿਸ਼। ਸਵੇਰ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਗੁਰਬਚਨ ਗੁਰਵਾਕ ਗਿਆਨੀ ਜੀ ਨੇ ਸਾਨੂੰ ਪਾਠ ਰੂਪ ਵਿੱਚ ਦੁਹਰਾ ਕੇ ਸਰਵਨ ਕਰਵਾਇਆ ਹੈ। ਇਹ ਬਚਨ ਤਨਾਸਰੀ ਰਾਗ ਦੀ ਭਗਤ ਰਚਨਾ ਵਿੱਚੋਂ ਭਗਤ ਬਾਣੀ ਦਾ ਹਿੱਸਾ ਹੈ। ਭਗਤ ਨਾਮਦੇਵ ਜੀ ਉਹਨਾਂ ਦੁਆਰਾ ਇਹ ਉਚਰਿਤ ਕੀਤੀ ਗਈ ਮੁਕਾਮੀ ਬਾਣੀ, ਜੋ ਸਾਨੂੰ ਸ਼ਬਦ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਆਓ ਮਰਿਆਦਿਤ ਢੰਗ ਦੇ ਨਾਲ ਅਗਲੇ ਬਣਦੇ ਸਮੇਂ ਵਿੱਚ ਇਹਨਾਂ ਗੁਰਵਾਕਾਂ ਦੀ ਤਕਰੀਰ ਦੇ ਨਾਲ, ਵਿਚਾਰ ਦੇ ਨਾਲ ਸਾਂਝ ਪਾਈਏ। ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਬਚਨ ਆਪ ਨੇ ਜਿਵੇਂ ਪਾਠ ਰੂਪ ਵਿੱਚ ਸਰਵਨ ਕੀਤਾ ਹੈ, ਅਕਸਰ ਹੁਕਮਨਾਮੇ ਦੇ ਰੂਪ ਵਿੱਚ ਸਰਵਨ ਕਰਦੇ ਹੋ। ਇਹਦੀ ਜੋ ਭਾਸ਼ਾ ਹੈ ਲੈਂਗੁਇਸਟਿਕ ਸਾਈਡ ਤੋਂ, ਇਹਦੇ ਅੱਖਰ ਜ਼ਰੂਰ ਗੁਰਮੁਖੀ ਨੇ, ਪਰ ਜਿਵੇਂ ਇਹ ਲੈਟਰਸ ਜਦੋਂ ਇਕੱਠੇ ਹੋ ਕੇ ਉਸ ਤਰੀਕੇ ਦੇ ਨਾਲ ਵਾਕ ਦੇ ਰੂਪ ਵਿੱਚ, ਸ਼ਬਦ ਦੇ ਰੂਪ ਵਿੱਚ ਸਾਊਂਡ ਪ੍ਰੋਡਿਊਸ ਕਰਦੇ ਨੇ, ਤੇ ਉਹ ਪੰਜਾਬੀ ਦੀ ਆਬਾਨੀ ਹੈ। ਇਹਦੇ ਵਿੱਚ ਜਿਹੜੀ ਕਲਾਸੀਕਲ ਮਰਾਠੀ ਜ਼ਬਾਨ ਆ, ਥੋੜ੍ਹੀ ਮੈਡੀਵਲ ਅਤੇ ਐਂਸ਼ੀਅੰਟ ਟਾਈਮ ਵਾਲੀ, ਉਹਦੀ ਆਬਾ ਦੇ ਵਿੱਚ ਸ਼ਬਦ ਆ ਰਹੇ ਨੇ। ਥੋੜ੍ਹਾ ਇਹਨੂੰ ਮਹਿੰਗੀ ਬਾਣੀ ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਜੋ ਸੰਦੇਸ਼ ਆ ਬਿਲਕੁਲ ਗੁਰੂ ਗ੍ਰੰਥ ਸਾਹਿਬ ਦਾ ਉਹੀ ਸੰਦੇਸ਼ ਹੈ ਜੋ ਪੰਨੇ ਪੰਨੇ ਤੇ ਪੰਕਤੀ ਪੰਕਤੀ ਵਿੱਚ ਆ ਰਿਹਾ ਹੈ। ਰਹਾਉ ਦੇ ਬੰਦ ਤੋਂ ਵਿਚਾਰ ਮੈਂ ਪ੍ਰਾਰੰਭ ਕਰ ਰਿਹਾ ਹਾਂ। ਭਗਤ ਜੀ ਜ਼ਿਕਰ ਕਰਦੇ, ਪਹਿਲ ਪੁਰਸਾਬੇਰਾ ਅਥੋਨ ਪੁਰਸਾਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਰਹਾਉ। ਹੁਣ ਭਾਵੇਂ ਕਿਸੇ ਨੇ ਪੰਜਾਬੀ ਜ਼ਬਾਨ ਦੇ ਵਿੱਚ ਮਾਸਟਰਸ ਕੀਤੀ ਹੋਏ, ਪਰ ਜੇ ਲਾਈਨ ਜਿਵੇਂ ਪੜ੍ਹੀ ਗਈ ਹੈ, ਜੇ ਸ਼ਬਦਕੋਸ਼ ਦਾ ਸਹਾਰਾ ਨਹੀਂ ਲਏਗਾ ਤੇ ਉਹਦੇ ਅਰਥ ਪਤਾ ਨਹੀਂ ਲੱਗਣਗੇ। ਬਚਨ ਆ ਪਹਿਲ ਪੁਰਸਾਬੇਰਾ, ਪੁਰਸ ਆਬਿਰ, ਜਿਸ ਨੂੰ ਸਿਆਸਾ ਕੀ ਵਾਰ ਚ ਐਵੇਂ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੋ ਤੁਸ ਦੇ ਮੈਂ ਕਰੇ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ। ਐਗਜ਼ੈਕਟਲੀ ਉਹਦੀ ਤਰਜੁਮਾਨੀ ਇਹਦੇ ਵਿੱਚ। ਪਹਿਲ ਪੁਰਸਾਬੇਰਾ ਕਹਿੰਦੇ ਨੇ, ਪਹਿਲ ਪ੍ਰਥਮੇ, ਸਭ ਤੋਂ ਪਹਿਲਾਂ। ਕਰਤਾਰ ਆਪ ਹੀ ਸੀ, ਆਪ ਹੀ ਹੈ। ਪਹਿਲ ਦੇ ਆਧਾਰ 'ਤੇ ਉਹਨੂੰ ਹੀ ਦੇਖਾਂਗੇ, ਉਹਦੀ ਹੀ ਮੌਜੂਦਗੀ ਹੈ ਚਾਰ ਚੁਫੇਰੇ। ਇਹ ਸਾਰਾ ਸ਼ਬਦ ਉਹਦੀ ਓਮਨੀ ਪ੍ਰੈਜ਼ੈਂਸ ਹੋਣ ਦੀ,
ਜ਼ਰਰੇ ਜ਼ਰਰੇ ਜਿਹੜਾ ਜ਼ਰਖੇਜ਼ ਹੋਇਆ ਉਹ ਓਂਕਾਰ ਹੈ, ਉਸ ਨੂੰ ਅਸੀਂ ਸੁਰਤਿਆਬ ਕਰਨਾ ਆ, ਉਹਨੂੰ ਅਸੀਂ ਆਭਾ ਮੰਡਿਤ ਕਰਨਾ ਆਪਣੀ ਸੁਰਤ ਵਿੱਚ, ਉਹਦੀ ਬਾਤ ਹੋਏਗੀ ਇਹਦੇ ਵਿੱਚ। ਜੇ ਮੈਂ ਥੋੜ੍ਹਾ ਇਹਨੂੰ ਸਟੋਰੀ ਟੈਲਿੰਗ ਵਾਲੀ ਸਾਈਡ 'ਤੇ ਲੈ ਆਵਾਂ, ਕਥਾ ਵਾਰਤਾ ਵਾਲੇ ਪਾਸੇ, ਤੇ ਜਿਵੇਂ ਆਪਾਂ ਆਸਾ ਕੀ ਵਾਰ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜਦੋਂ ਸੱਚ ਦਾ ਸੰਦੇਸ਼ ਦਿੰਦੇ ਨੇ ਪਹਿਲੇ ਜਾਮੇ ਦੇ ਵਿੱਚ, ਤੇ ਉਹਨਾਂ ਨੂੰ ਪੁੱਠੋਹਾਰ ਦੇ ਇਲਾਕੇ ਦੇ ਵਿੱਚ ਸਰਗੋਦੀ ਬੋਲੀ ਜਿੱਥੇ ਬੋਲੀ ਜਾਂਦੀ ਹੈ, ਉੱਥੇ ਇੱਕ ਸੂਫੀ ਫਕੀਰ ਮਿਲਦਾ ਹੈ, ਤੇ ਬਾਬਾ ਨਾਨਕ ਜੀ ਨੂੰ ਇਹ ਕਹਿੰਦਾ ਆ ਕਿ ਮੈਂ ਸੁਣਿਆ ਤੂੰ ਹਿੱਕ ਦੀ ਗੱਲ ਕਰੇਨਾ ਆ, ਮੈਨੂੰ ਪਤਾ ਲੱਗਾ ਆ ਤੂੰ ਇੱਕ ਖੁਦਾ, ਇੱਕ ਅਕਾਲ ਪੁਰਖ ਵਾਹਿਗੁਰੂ, ਇੱਕ ਰੱਬ, ਇੱਕ ਸ਼ਕਤੀ, ਇੱਕ ਹਸਤੀ ਜਿਹੜੀ ਚਾਰ ਚੁਫੇਰੇ ਮੌਜੂਦ ਹੈ, ਉਹਦੀ ਬਾਤ ਕਰਦਾ ਆ। ਭਾਰਤੀ ਖਿੱਤੇ 'ਚ ਬਿਲਕੁਲ ਵੱਖਰੀ ਗੱਲ ਸੀ, ਕਿਉਂਕਿ ਭਾਰਤੀ ਖਿੱਤਾ 33 ਕਰੋੜ ਦੇਵਤਿਆਂ ਦੇ ਕੌਨਸੈਪਟ ਨੂੰ ਮੰਨਦਾ ਸੀ, ਅਵਤਾਰਵਾਦੀ ਰਚਨਾ 'ਚੋਂ ਆ ਰਿਹਾ ਸੀ। ਵੈਦਿਕ ਪ੍ਰੋਪਰਟੀ ਸਾਰੇ ਦੀ ਸਾਰੀ ਰੱਬ ਦੇ ਰੂਪਾਂ ਨੂੰ ਕਈ ਤਰੀਕੇ ਨਾਲ ਵੰਡਦੀ ਹੈ, ਦੇਵੀ ਦੇਵਤੇ, ਫਿਰ ਅਗਾਂਹ ਉਹਨਾਂ ਦੀਆਂ ਵੰਨਗੀਆਂ, ਸਭ ਵੈਰਾਈਟੀ ਫੁੱਲ ਵੇ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਇਸੇ ਖਿੱਤੇ ਤੋਂ, ਕਿਉਂਕਿ ਜਿਹੜੀ ਸਿੱਖੀ ਹੈ ਇਹ ਓਰੀਜਨਲੀ ਉਸ ਇਲਾਕੇ ਤੋਂ ਆਪ ਜਨਰੇਟ ਹੁੰਦੀ ਹੈ, ਪੰਜਾਬ ਦੀ ਫਿਜ਼ਾ ਦੇ ਵਿੱਚੋਂ, ਉਸ ਧਰਤੀ ਦਾ ਆਪਣਾ ਥਾਟ ਆ, ਉਸ ਜੋਗ੍ਰਾਫੀਕਲ ਇਲਾਕੇ ਦੇ ਵਿੱਚੋਂ, ਕਿਉਂਕਿ ਇਕੱਲਾ ਉਹ ਨਹੀਂ, ਸਾਰੇ ਭਗਤ ਸਾਹਿਬਾਨ ਦੇਖ ਲਓ ਤੁਸੀਂ, ਸਾਰੇ ਉਸ ਇਲਾਕੇ 'ਚੋਂ ਆ ਰਹੇ ਨੇ, ਆਲਾ ਦੁਆਲਾ ਸਾਰਾ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ ਉਹਦਾ। ਸੋ ਓਰੀਜਨਲੀ ਇਹ ਸਾਰਾ ਥਾਟ ਹੀ ਉੱਥੋਂ ਆ ਰਿਹਾ, ਇਹ ਪਿਓਰ ਥਾਟ ਹੈ, ਉਸ ਖਿੱਤੇ ਦੇ ਵਿੱਚ ਆਇਆ ਹੋਇਆ। ਤੇ ਉਹ ਖੈਰ ਫਕੀਰ ਕਹਿੰਦਾ ਹੈ ਕਿ ਮੈਂ ਸੁਣਿਆ ਤੂੰ ਹਿੱਕ ਦੀ ਗੱਲ ਕਰੇਨਾ ਹੈ, ਤੇ ਕਰੇਨਾ ਵੀ ਲੋਕ ਭਾਖਾ 'ਚ ਹੈ। ਲੋਕ ਭਾਖਾ ਲੋਕਾਂ ਦੀ ਬੋਲੀ, ਪੰਜਾਬੀ ਲੋਕ ਜ਼ਬਾਨ ਸੀਗੀ, ਕਿਉਂਕਿ ਸ਼ਾਸਤਰਾਂ ਦੀ ਬੋਲੀ ਤਾਂ ਹੈ ਨਹੀਂ ਸੀ, ਸ਼ਾਸਤਰਾਂ ਦੀ ਬੋਲੀ ਤੇ ਦੇਵਾਨਾਗਰੀ ਸੀ, ਜਾਂ ਜਿਹੜੀ ਸਰਕਾਰੀ ਜ਼ਬਾਨ ਸੀ ਜਾਂ ਜਿਹੜੀ ਐਲੀਟ ਦੀ ਲੈਂਗੁਏਜ ਸੀ ਉਹ ਫਾਰਸੀ ਸੀ। ਇਹ ਤਾਂ ਬਿਲਕੁਲ ਨਵੇਂ ਕੌਨਸੈਪਟ ਦੇ ਵਿੱਚ, ਲੋਕ ਭਾਖਾ ਦੇ ਵਿੱਚ ਗੁਰੂ ਸਾਹਿਬ ਬਾਤ ਕਰਦੇ ਨੇ। ਕਹਿੰਦਾ ਮੈਂ ਸੁਣਿਆ ਹਿੱਕ ਦੀ ਗੱਲ ਕਰੇਨਾ, ਕਰੇਨਾ ਵੀ ਲੋਕ ਭਾਖਾ 'ਚ ਹੈ, ਤੇ ਮੈਂ ਤੇਰੇ ਸਾਹਮਣੇ, ਮਤਲਬ ਕਹਿੰਦਾ ਪੰਜਾਬੀ ਜ਼ਬਾਨ 'ਚ ਗੱਲ ਕਰਦਾ ਬਾਬਾ ਨਾਨਕ, ਮੈਂ ਤੈਨੂੰ ਵੰਗਾਰ ਪਾਉਣਾ ਆ, ਮੈਂ ਤੇਰੇ ਸਾਹਮਣੇ ਇੱਕ ਚੈਲੰਜ ਜਿਹੜਾ ਹੈਗਾ ਉਹ ਰੱਖਦਾ ਆ। ਚੈਲੰਜ ਇਹ ਹੈ, ਹਿੱਕ ਦੀ ਗੱਲ ਕਰ ਤੇ ਕਰ ਵੀ ਲੋਕ ਭਾਖਾ 'ਚ, ਲੋਕਾਂ ਦੀ ਜ਼ਬਾਨ ਵਿੱਚ ਕਰ, ਤੇ ਲੋਕਾਂ ਦੇ ਫੋਕ ਰੂਪ, ਜਿਹਨੂੰ ਅਸੀਂ ਕਹਿ ਲਓ ਕਿ ਕਾਵ ਰੂਪ ਜਿਹੜਾ ਹੈ, ਲੋਕ ਕਾਫੀਆ, ਲੋਕ ਕਾਫੀਏ ਦੇ ਵਿੱਚ, ਲੋਕ ਰੂਪ ਦੇ ਵਿੱਚ ਕਰ, ਵਾਰ ਕਹਿ, ਮੈਂ ਵੀ ਦੇਖਾਂ ਤੂੰ ਹਿੱਕ ਦੀ ਗੱਲ ਕਰੇਨਾ ਹੈ, ਤੇ ਉਸ ਹਿੱਕ ਦਾ ਸ਼ਰੀਕ ਕਿਹਨੂੰ ਬਣਾਵੇਂਗਾ। ਵਾਰ ਹਮੇਸ਼ਾ ਦੋ ਜਣਿਆਂ ਦੀ ਹੁੰਦੀ ਹੈ, ਕਦੀ ਵੀ ਵਾਰ ਇਕੱਲੇ ਦੀ ਨਹੀਂ ਹੁੰਦੀ। ਪੰਜਾਬੀ ਫਿਜ਼ਾਂ ਦੇ ਵਿੱਚ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਸੀਗੀਆਂ, ਇਹ ਬੜੀ ਪੁਰਾਣੀ ਪਰੰਪਰਾ ਆ, ਅੱਜ ਦੀ ਨਹੀਂ। ਅੱਜ ਵੀ ਤੁਸੀਂ ਦੇਖੋ ਜਿਹੜੇ ਪੰਜਾਬੀ ਫਿਜ਼ਾਂ ਵਿੱਚੋਂ ਆਏ ਲੋਕ ਹਾਂ ਅਸੀਂ, ਜਦੋਂ ਕਿਤੇ ਸਰੰਗੀ ਦੇ ਉੱਤੇ ਗੱਜ ਫਿਰਦਾ ਆ, ਵਾਰ ਇੱਥੋਂ ਸ਼ੁਰੂ ਹੁੰਦੀ ਹੈ ਨਾ, ਸਰੰਗੀ ਨੂੰ ਪੋਟੇ ਲੱਗਦੇ ਨੇ ਇਸ ਤਰੀਕੇ ਦੇ ਨਾਲ, ਤੋ ਦਾਨੇ ਲੋਕ ਕਹਿੰਦੇ ਨੇ ਸਰੰਗੀ ਤੇ ਗੱਜ ਨਹੀਂ ਫਿਰਦਾ, ਅਸਲ ਪੰਜਾਬੀਆਂ ਦੀ ਧੌਣ ਤੇ ਇੰਝ ਲੱਗਦਾ ਜਿਵੇਂ ਸ਼ਮਸ਼ੀਰ ਫਿਰ ਜਾਂਦੀ ਹੈ, ਇੱਕਦਮ ਉਹਨਾਂ ਦੇ ਅੰਦਰ ਦੀ ਜਿਹੜੀ ਇੱਕ ਧੜਕਣ ਵੱਧ ਜਾਂਦੀ ਹੈ, ਕਿਉਂਕਿ ਇਹ ਲੋਕ ਸੰਗੀਤ ਹੈ, ਇਹਨਾਂ ਦੀਆਂ ਲੋਕ ਧਾਰਾਵਾਂ, ਲੋਕ ਮਨਾਂ ਵਿੱਚ ਵਸਿਆ ਹੋਇਆ ਹੈ ਉਸ ਰੂਪ ਦੇ ਅੰਦਰ। ਖੈਰ ਬਾਬਾ ਨਾਨਕ ਜੀ ਨੂੰ ਸੂਫੀ ਫਕੀਰ ਕਹਿ ਰਿਹਾ, ਹਿੱਕ ਦੀ ਗੱਲ ਕਰ ਤੇ ਕਰ ਵੀ ਵਾਰ ਵਿੱਚ, ਕਹੋ ਵਾਰ ਦੇ ਵਿੱਚ। ਮੈਂ ਦੇਖਦਾ ਕਿ ਤੂੰ ਫਿਰ ਰੱਬ ਦੇ ਮੁਕਾਬਲੇ, ਇੱਕ ਪਾਸੇ ਰੱਬ ਹੋਏਗਾ ਵਾਰ ਵਿੱਚ, ਤੇ ਉਹਦਾ ਸ਼ਰੀਕ ਕਿਹਨੂੰ ਬਣਾਏਗਾ, ਫਿਰ ਕੌਣ ਹੋਏਗਾ। ਸ਼ੈਤਾਨ, ਮਾਇਆ, ਜੋ ਆਮ ਕਰਕੇ ਬਾਤ ਰਹੀ ਧਾਰਮਿਕ ਸ਼ਾਸਤਰਾਂ ਦੇ ਵਿੱਚ, ਰੱਬ ਆ, ਰੱਬ ਦੇ ਮੁਕਾਬਲੇ ਬ੍ਰਹਮ, ਬ੍ਰਹਮ ਦੇ ਮੁਕਾਬਲੇ ਮਾਇਆ, ਰੱਬ, ਰੱਬ ਦੇ ਮੁਕਾਬਲੇ ਖੁਦਾ ਦੇ ਮੁਕਾਬਲੇ ਸ਼ੈਤਾਨ। ਇਹ ਖੇਡ ਚੱਲਦੀ ਸਾਰੀ। ਗੁਰੂ ਨਾਨਕ ਸਾਹਿਬ ਨੇ ਪਹਿਲੀ ਫਿਰ ਵਾਰ ਰਚੀ ਉੱਥੇ। ਇਹ ਵਾਰ ਦੀਆਂ ਅਸਲ ਰੂਪ ਪੌੜੀਆਂ ਹੈ। ਪਹਿਲੀ ਪੌੜੀ ਫਿਰ ਆਉਂਦੀ ਹੈ, ਪਹਿਲੀ ਪੌੜੀ ਦੇ ਅੱਖਰ ਨੇ ਜਿਹੜੇ ਮੈਂ ਬਿਆਨ ਕਰ ਰਿਹਾ ਸੀਗਾ। ਬਾਬਾ ਜੀ ਕਹਿੰਦੇ ਫਿਰ ਫਕੀਰ ਸੁਣ, ਆਪ ਹੀ ਨੇ ਆਪ ਸਾਜਿਓ। ਅਸਲ ਵਿੱਚ ਇਹ ਸਾਰਾ ਮੰਜ਼ਰ, ਇਹ ਸਾਰਾ ਤਮਾਸ਼ਾ ਕਿਸੇ ਹੋਰ ਦਾ ਨਹੀਂ, ਉਸ ਆਪ ਦਾ ਆ, ਉਹਦੇ ਆਪਣੇ ਆਪੇ ਦਾ ਆ। ਉਹ ਰੂਪ 2 ਹੋ ਜਾਣ, ਉਹ 4 ਹੋ ਜਾਣ, ਉਹ 10, 50 ਹੋ ਜਾਣ,
ਜਿਹਨੂੰ ਕਦੀ ਸੂਫੀਆਂ ਨੇ ਬਾਅਦ ਦੇ ਵਿੱਚ ਜਿਵੇਂ ਗੁਰਬਾਣੀ ਦੀ ਰੌਸ਼ਨੀ ਫੈਲਦੀ ਹੈ ਤੇ ਫਿਰ ਉਹਨਾਂ ਦਾ ਵੀ ਇੱਕ ਕਲਾਮ ਬਦਲਦਾ ਆ। ਉਹ ਕਹਿੰਦੇ ਨੇ ਇੱਕ ਅਲਫ ਪੜੋ ਛੁਟਕਾਰਾ ਹੈ, ਇੱਕ ਅਲਫ ਤੋਂ 2 3 4 ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉੱਥੋਂ ਕਈ ਸ਼ੁਮਾਰ ਹੋਏ। ਇਸ ਅਲਫ ਦਾ ਨੁਕਤਾ ਨਿਆਰਾ ਹੈ, ਇੱਕ ਅਲਫ ਪੜੋ ਛੁਟਕਾਰਾ ਹੈ। ਉਹਨਾਂ ਨੂੰ ਵੀ ਬਾਤ ਪਕੜ ਚ ਆਉਂਦੀ ਹੈ। ਬਾਤ ਇੱਕ ਅਲਫ ਦੀ ਹੈ, ਅਵਲ ਦੀ ਹੈ। ਬਾਤ ਉਹੀ ਹੈ ਜੋ ਬਾਣੀ ਕਹਿੰਦੀ ਅਵਲ ਅੱਲਾਹ ਨੂਰ ਉਹ ਪਾਇਆ। ਫਿਰ ਅੱਗੇ ਜਾ ਕੇ ਹੁੰਦਾ ਕੁਦਰਤ ਕੇ ਸਭ ਬੰਦੇ। ਇਹਨੂੰ ਫਿਰ ਬਾਬਾ ਨਾਨਕ ਜੀ ਕਹਿੰਦੇ ਫਕੀਰ ਗੱਲ ਸੁਣ, ਆਪ ਹੀ ਨਾ ਆਪ ਸਾਜਿਓ, ਆਪ ਹੀ ਆਪ ਹੈ ਉਹ ਆਪ ਹੀ ਸਜ ਗਿਆ ਆ। ਸਜ ਗਿਆ ਦਾ ਮਤਲਬ ਹੁੰਦਾ ਆ ਰੂਪ ਵਟਾ ਲੈਣਾ, ਟੂ ਬੀ ਕਨਵਰਟਡ, ਟੂ ਬੀ ਐਕਚੁਅਲੀ ਸਮਥਿੰਗ, ਕਿਸੇ ਚੀਜ਼ ਦੇ ਵਿੱਚ ਰੂਪ ਨੂੰ ਵਟਾ ਲੈਣਾ ਆਪਣੇ ਆਪ ਨੂੰ। ਇਹ ਹੈ ਸਜ ਜਾਣਾ, ਇਹ ਹੈ ਹੋ ਜਾਣਾ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ। ਨਾਉ ਹੈ ਵਡਿਆਈ, ਜਿਹਦੇ ਨਾਲ ਆਈਡੈਂਟੀਫਿਕੇਸ਼ਨ ਹੁੰਦੀ ਹੈ। ਨਾਮ, ਵਟਸ ਯੂਰ ਆਈਡੈਂਟਿਟੀ, ਵਟਸ ਯੂਰ ਨੇਮ, ਤੇਰਾ ਨਾਂ ਕੀ ਹੈ। ਇਹ ਸਾਰਾ ਜਗਤ ਨਾਵਾਂ ਦੇ ਝਮੇਲੇ 'ਚ ਹੀ ਪਿਆ ਆ। ਮੈਂ ਹੋਰ ਹਾਂ, ਆ ਹੋਰ ਹੈ, ਆ ਹੋਰ ਹੈ, ਆ ਹੋਰ ਹੈ, ਆ ਹੋਰ ਹੈ। ਇਹ ਸਾਰਾ ਸ਼ਬਦ ਇਹਦੇ ਵਿੱਚ ਬਿਆਨ ਕਰੇਗਾ। ਫਿਰ ਉਹਨਾਂ ਨਾਵਾਂ ਦੇ ਨਾਲ ਹੀ ਸੈਂਸ ਆਫ ਬਿਲੋਂਗਿੰਗ, ਕਿੱਥੋਂ ਚੀਜ਼ ਬਿਲੋਂਗ ਕਰਦੀ ਹੈ, ਇਹ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਡੀਪ ਲੈਵਲ ਤੇ ਦੇਖੋਗੇ ਤੇ 5 ਐਲੀਮੈਂਟਸ ਨੇ, 5 ਤੱਤ ਨੇ। ਕੀ ਆਸਟ੍ਰੇਲੀਆ ਤੇ ਕੀ ਅਮਰੀਕਾ, ਕੀ ਏਸ਼ੀਆ ਤੇ ਕੀ ਆ ਯੂਰਪ। 5 ਤੱਤ ਹੀ ਨੇ, 4 ਚੁਫੇਰੇ ਫੈਲੇ ਹੋਏ। ਉਹਨਾਂ 5 ਤੱਤਾਂ ਚੋਂ ਜੀਆ ਜੰਤ ਬਣਦੇ ਨੇ, ਉਹਨਾਂ ਸਭ ਕੁਛ। ਪਰ ਨਾਮ ਵੱਖਰੇ 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 ਵੱਖਰੇ। ਇਹ ਨਾਮ ਹੀ ਸਾਰੀ ਵਡਿਆਈ ਆ ਪਾਇਆ। ਤੇ ਜਿੰਨੇ ਉਹਦੇ ਨਾਮ ਨੇ, ਉਹਨਾਂ ਨਾਵਾਂ ਨੂੰ ਤੋੜ ਕੇ ਕੋਈ ਇੱਕ ਨਾਂ ਬਣਾਉਣ ਦੀ ਗੱਲ ਨਹੀਂ ਹੈ। ਸਿਰਫ ਇਹ ਹੈ ਕਿ ਉਹਨਾਂ ਨਾਵਾਂ ਦੇ ਪਿੱਛੇ ਜਿਹੜੀ ਇੱਕ ਅਰੂਪ ਸ਼ਕਤੀ ਹੈ, ਮਨੁੱਖ ਹੋਣ ਦੇ ਨਾਤੇ ਉਹਨੂੰ ਸਮਝ ਆਵੇ ਨਾ, ਮਨੁੱਖ ਨੂੰ ਪਤਾ ਹੋਏ ਉਹੀ ਆਪ ਵਰਤ ਰਿਹਾ 4 ਚੁਫੇਰੇ। ਗੁਰੂ ਬਾਬਾ ਜੀ ਕਹਿੰਦੇ ਭਗਤੀ ਸੁਣ ਸੂਫੀ, ਭਗਤੀ ਕੀ ਹੈ? ਕੱਲੀ ਵਾਰ ਕਹਿਣ ਦੀ ਗੱਲ ਨਹੀਂ ਹੈ। ਭਗਤੀ ਆ ਹੈ, ਆਪੇ ਨੇ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ। ਇਹਦੀ ਸਮਝ ਆ ਜਾਏ ਆਪ ਹੀ ਆਪ ਹੈ, ਉਹਦੇ ਤੋਂ ਹੀ ਆਇਆ ਸਭ ਕੁਛ, ਉਹਦੇ ਵਿੱਚ ਹੀ ਮੌਜੂਦ ਹੋਏਗਾ, ਉਹਦੇ ਵਿੱਚ ਹੀ ਅਮਾ ਜਾਏਗਾ, ਸਮਾ ਜਾਏਗਾ। ਇਹਨੂੰ ਅੱਜ ਦਾ ਸਾਇੰਟਿਸਟ ਸਾਡੀ ਇਸ ਸਦੀ ਦਾ, ਜਿਹਨੂੰ ਆਇਨਸਟਾਈਨ ਕਿਹਾ ਜਾਂਦਾ ਸੀ, ਸਟੀਫਨ ਹਾਕਿੰਗਸ, ਜਦੋਂ ਉਹ ਬਿਆਨ ਕਰਦਾ ਹੈ, ਉਹ ਕਹਿੰਦਾ ਕਿ ਜੇ ਆਪਾਂ ਫਿਜ਼ੀਓਲੋਜੀ ਦੇ, ਖਾਸ ਕਰਕੇ ਫਿਜ਼ਿਕਸ ਐਂਡ ਦੇ ਨਾਲ ਦੀ ਜਿੰਨੀ ਆਈਡੀਓਲੋਜੀ, ਉਹ ਸਾਰੇ ਨੂੰ ਇੱਕ ਤਰ੍ਹਾਂ ਨਾਲ ਅੰਡਰਸਟੈਂਡ ਕਰੀਏ, ਕਿਉਂਕਿ ਫਿਜ਼ੀਕਲ ਵਰਲਡ ਹੈ ਨਾ, ਸਾਇੰਸ ਹੈ ਫਿਜ਼ੀਕਲ ਵਰਲਡ ਦੀ ਸਾਰੀ, ਜੋ ਦਿਸਦਾ ਆ ਇਹਦੇ ਨਾਲ ਗੱਲਬਾਤ ਕਰੋ, ਇਹਦੀ ਬਾਤ ਪਾਓ। ਅਦਿਸਦੇ ਨੂੰ ਕੌਣ ਗੱਲ ਕਰੇ ਤੇ ਕਿੰਨੇ ਵੇਖਿਆ ਆ, ਛੱਡੋ ਪਰ। ਸਪਿਰਿਚੁਅਲਿਟੀ ਉਹਦੇ ਤੇ ਖੜੀ ਸਾਰੀ, ਜਿਹੜਾ ਦਿਸਦਾ ਨਹੀਂਗਾ, ਅਦ੍ਰਿਸ਼। ਕਿਉਂਕਿ ਇਸ ਕਰਕੇ ਜਿਹੜੀ ਉਹਦੀ ਬਾਤ ਪਾਉਂਦੇ ਉਹਨੂੰ ਮਿਸਟਿਕ ਕਿਹਾ ਜਾਂਦਾ, ਰਹੱਸਵਾਦੀ, ਲੁਕੇ ਦੀ ਬਾਤ ਪਾਉਂਦੇ ਨੇ। ਉਹ ਕਹਿੰਦੇ ਛੱਡੋ ਪਰ, ਜ਼ਾਹਰ ਦੀ ਬਾਤ ਕਰੋ। ਜ਼ਾਹਰ ਪਦਾਰਥ ਹੈ, ਸਾਰਾ ਮਟੀਰੀਅਲ ਹੈ, ਫਿਜ਼ੀਕਲ ਆ। ਸੋ ਫਿਜ਼ਿਕਸ ਦੀ ਬਾਤ ਕੀਤੀ ਜਾਏ, ਉਹਦੇ ਵਿੱਚ ਉਹ ਬਾਤ ਕਰਦਾ ਹੈ, ਕਹਿੰਦਾ ਕਿ ਫਿਜ਼ਿਕਸ ਦਾ ਸਿੰਪਲ ਫਾਰਮੂਲਾ ਇਹ ਹੈ, ਜੇ ਅਸੀਂ ਪੂਰਾ ਆਪਣਾ ਕੋਜ਼ਮੋ ਦੇਖਦੇ ਹੈਗੇ ਆ, ਪੂਰਾ ਕਾਸਮਿਕ, ਤੇ ਇਹ ਡੇ ਬਾਈ ਡੇ, ਮਤਲਬ ਹਰ ਪਲ ਘੜੀ ਦੇ ਨਾਲ ਇਹਦੀ ਐਕਸਪੈਂਸ਼ਨ ਹੋ ਰਹੀ ਹੈ, ਐਕਸਪੈਂਡ ਹੋ ਰਿਹਾ ਹੈ, ਵੱਧ ਰਿਹਾ ਹੈ, ਇਸ ਤਰੀਕੇ ਦੇ ਨਾਲ। ਜੇ ਫਿਜ਼ੀਕਲ ਰੂਲ ਨੂੰ ਦੇਖਿਆ ਜਾਏ ਤੇ ਫਿਜ਼ੀਕਲ ਰੂਲ ਦੇ ਵਿੱਚ ਇਹਨੂੰ ਉਲਟ ਕੇ ਤੋਂ, ਇਹਨੂੰ ਪਲਟਾ ਕੇ ਦੇਖੋ, ਉਲਟਾ ਕਰਕੇ ਦੇਖੋ, ਤੇ ਪਤਾ ਲੱਗੇਗਾ ਇਹ ਸਾਰਾ ਜੇ ਉਲਟਾ ਕਰੀਏ ਤੇ ਫਿਰ ਪਤਾ ਲੱਗਾ ਇਹ ਸਾਰਾ ਇੱਕ ਹੋ ਜਾਏਗਾ, ਕਿਉਂਕਿ ਇੱਕ ਤੋਂ ਹੀ ਇਹ ਬਿਖਰ ਰਿਹਾ ਸਾਰਾ, ਇਸ ਤਰੀਕੇ ਦੇ ਨਾਲ। ਗੁਰੂ ਨਾਨਕ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ, ਬਾਬਾ ਨਾਨਕ ਜਦੋਂ ਬਿਆਨ ਕਰਦੇ ਕਿ ਕਹਿਣ ਨੂੰ ਤੇ ਸ਼ਾਸਤਰਾਂ ਨੇ ਤੇ ਹੋਰ ਚੀਜ਼ਾਂ ਨੇ ਬੜਾ ਕੁਝ ਕਿਹਾ ਆ। ਸ਼ਬਦ ਪੜ੍ਹੀਏ, ਪਾਤਾਲਾਂ ਪਾਤਾਲ, ਲਖ ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਨ ਇਕ ਬਾਤ, ਸਹਿਸ 18 ਕਹਿਨ ਕਤੇਬਾਂ, ਪਰ ਇਨ ਰਿਐਲਿਟੀ ਅਸਲੂ, ਅਸਲੂ ਨਹੀਂ ਅਸੂਲੂ, ਸੱਸੇ ਦੇ ਪੈਰ 'ਚ ਵੀ ਔਂਕੜੇ, ਲੱਲੇ ਨੂੰ ਦੁਲੈਂਕੜ ਪਏ ਨੇ। ਬੇਸਡ ਔਨ ਪ੍ਰਿੰਸੀਪਲ, ਅਸੂਲ ਤੇ ਆ ਕੇ ਖੜੇ ਹੋਵੋਗੇ ਜਦੋਂ, ਵੈਨ ਯੂ ਗੋਨਾ ਅੰਡਰਸਟੈਂਡ ਐਵਰੀਥਿੰਗ ਇਨ ਪ੍ਰੋਪਰ ਮੈਨਰਸ ਐਂਡ ਵਿਦ ਪ੍ਰੋਪਰ ਪ੍ਰਿੰਸੀਪਲਸ,
then you're gonna understand ਅਸਲੂ ਇਕਤਾਤ। ਇਕਤਾਤ ਹੀ ਫੈਲੀ ਹੈ ਚਾਰ ਚੁਫੇਰੇ, ਇੱਕ ਦਾ ਹੀ ਫੈਲਾ ਹੈ ਸਾਰਾ, ਐਕਸਪੈਂਸ਼ਨ ਹੈ ਸਾਰੀ ਇਹ, ਪਰ ਹੈ ਇੱਕ ਦੀ, ਉਸੇ ਦੀ। ਅੱਜ ਸਾਇੰਟੀਫਿਕ ਸਾਈਡ ਤੋਂ ਚੀਜ਼ਾਂ ਸਮਝ ਆਉਂਦੀਆਂ ਨੇ। ਜੇ ਪਿਛੋਕੜੇ ਚਲੇ ਜਾਈਏ ਤਾਂ ਬਿਲਕੁਲ ਇਹੀ ਬਾਤ ਰੂਹਾਨੀ ਅੰਦਾਜ਼ ਵਿੱਚ ਗੁਰੂ ਬਾਬਾ ਜੀ ਤੇ ਬਾਣੀਕਾਰ ਸਾਨੂੰ ਬਿਆਨ ਕਰ ਰਹੇ ਨੇ। ਬਾਬਾ ਜੀ ਨੇ ਬਿਆਨ ਕੀਤਾ, ਆਪ ਹੀ ਨਾ ਆਪ ਸਾਜਿਓ, ਕੋਈ ਹੋਰ ਨਹੀਂ ਗਾ, ਆਪ ਹੀ ਹੈ। ਆਪ ਹੀ ਨਾ ਰਚਿਓ ਨਾਓ। ਇੱਥੇ ਬਚਨ ਆਇਆ ਹੈ ਪਹਿਲ ਪੁਰਸਾਬਿਰਾ, ਪਹਿਲਾਂ ਪੁਰਸ਼ਾਬਰ ਆਪ ਹੀ ਸੀਗਾ, ਆਪ ਹੀ ਸੀਗਾ। ਉਹਦੀ ਹੀ ਹਸਤੀ ਹੈ, ਉਹਦੀ ਐਕਸਪੈਂਸ਼ਨ ਹੈ ਸਾਰੀ, ਅੱਗੇ ਸਾਰੇ ਦੀ ਸਾਰੀ ਜਿਹੜੀ ਐਕਸਪੈਂਸ਼ਨ ਹੈ, ਜਿਹੜੀ ਵਧਾ ਆ, ਉਹਦਾ ਖਲਾ ਆ, ਉਹ ਕੀ ਹੈ? ਅਥੋਨ ਦੋ ਪੁਰਸਾਦਿਮਰਾ। ਪੁਰਸਾਦਿਮਰਾ ਦਾ ਮਤਲਬ ਹੈ ਪ੍ਰਕਿਰਤੀ, ਕੁਦਰਤ। ਕਿਉਂਕਿ ਜੋ ਕੁਝ ਦਿਸਦਾ ਆ ਇਹ ਕੁਦਰਤ ਆ, ਕਾਦਰ ਨਹੀਂ। ਕਾਦਰ ਅਦ੍ਰਿਸ਼ਟ ਆ। ਕ੍ਰੀਏਟਰ ਜਿਹੜਾ ਆ ਉਹ ਕ੍ਰੀਏਸ਼ਨ ਦੇ ਵਿੱਚ ਆ, ਪਰ ਇਤਨਾ ਜ਼ਿਆਦਾ ਉਹਦੇ ਨਾਲ ਮਿੰਗਲ ਆ ਕਿ ਅਦ੍ਰਿਸ਼ ਦਿਸਦਾ ਕੁਝ ਨਹੀਂ, ਮੰਜ਼ਰ ਕੁਝ ਨਹੀਂ ਆਉਂਦਾ, ਨਜ਼ਰ ਆਪ ਕੁਝ ਨਹੀਂ ਆਉਂਦਾ। ਇਹਦੀ ਵਿਆਖਿਆ ਕਿਹਦੀ? ਭਾਈ ਗੁਰਦਾਸ ਜੀ ਨੇ ਕਮਾਲ ਕਰ ਦਿੱਤੀ। ਕਹਿੰਦੇ ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ। ਓੰਕਾਰ ਨੇ ਆਕਾਰ ਬਣਾਏ, ਸਾਰੇ ਰੂਪ ਬਣਾਏ, ਸਾਰੇ ਰੂਪ ਓੰਕਾਰ ਆਪ ਬਣ ਗਿਆ। ਇਹ ਕਹਿ ਦੋ ਓੰਕਾਰ, ਇੱਕ ਓੰਕਾਰ ਜਿਹੜਾ ਹੈ ਉਹ ਰੂਪ ਬਣ ਗਿਆ ਸਭ ਕਾਸੇ ਦਾ। ਓੰਕਾਰ ਆਕਾਰ ਕਰ, ਤੇ ਕਿਵੇਂ ਬਣਿਆ? ਏਕ ਪਸਾਓ, ਉਹਨੇ ਆਪਣੇ ਆਪ ਨੂੰ ਆਪ ਹੁਕਮ ਕਰ ਦਿੱਤਾ, ਹੋ ਜਾ, ਹੋ ਗਿਆ, ਬਣ ਗਿਆ। ਬਸ ਆ ਹੈ, ਇਹੀ ਐਵੋਲੂਸ਼ਨ ਹੈ ਸਾਰਾ। ਕੋਈ ਇਸ ਤਰੀਕੇ ਦੇ ਨਾਲ ਸਾਰੀ ਚੀਜ਼ ਇਵੋਲਵ ਹੁੰਦੀ ਲੱਗੀ ਗਈ ਆਪਣੇ ਆਪ ਹੀ। ਕਿਆ ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ। ਭਾਈ ਸਾਹਿਬ ਗੱਲ ਠੀਕ ਹੈ, ਪਰ ਬੜੀ ਫਿਲਾਸਫੀਕਲ ਆ, ਪਕੜ 'ਚ ਨਹੀਂ ਆਉਂਦੀ। ਕਿਵੇਂ ਹੋ ਗਿਆ ਉਹ? ਕਿਵੇਂ ਐਵੋਲੂਸ਼ਨ ਹੋ ਗਿਆ ਸਾਰੇ ਦਾ ਸਾਰਾ? ਕਿਵੇਂ ਇਵੋਲਵ ਹੋ ਗਿਆ ਸਭ ਕੁਝ? ਉਹ ਕਹਿੰਦੇ ਪੰਜ ਤੱਤ ਪ੍ਰਵਾਨ ਕਰ। ਓੰਕਾਰ ਪੰਜ ਤੱਤ ਬਣ ਗਿਆ। ਹਵਾ ਬਣ ਗਿਆ, ਉਹ ਹਵਾ ਹੀ ਮਿੱਟੀ ਬਣ ਗਈ, ਪਾਣੀ ਬਣ ਗਿਆ, ਉਹਦੇ ਵਿੱਚ ਹੀ ਅਗਨੀ ਐਨਰਜੀ ਬਣ ਗਈ। ਉਹਨੇ ਸਪੇਸ ਆਕਾਸ਼ ਤੱਤ ਨੂੰ ਆਪਣੇ ਜਮਾ ਲਿਆ, ਬਣ ਗਿਆ। ਪੰਜ ਤੱਤ ਪ੍ਰਵਾਨ ਕਰ। ਕਿਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੇ ਓੰਕਾਰ ਆਕਾਰ ਕਰ ਏਕ ਪਸਾਓ ਪਸਾਓ ਪਸਾਰਾ। ਪੰਜ ਤੱਤ ਪ੍ਰਵਾਨ ਕਰ ਘਟ ਘਟ ਅੰਤਰ ਤ੍ਰਿਭਵਨ ਸਾਰਾ। ਸਭ ਘਟਾਂ ਵਿੱਚ ਉਹ ਆ, ਤਿੰਨਾਂ ਭਵਨਾਂ 'ਚ ਉਹ ਆ। ਬਸ ਮੁੱਕਦੀ ਗੱਲ ਇਹ ਹੈ, ਇੱਕ ਛੋਟੇ ਜਿਹੇ ਟਾਈਨੀ ਸਪੈਕ ਦੇ ਵਿੱਚ ਵੀ ਉਹੀ ਹੈ, ਤੇ ਇੱਕ ਪੂਰੇ ਯੂਨੀਵਰਸ ਬ੍ਰਹਿਮੰਡ ਵਿੱਚ ਵੀ ਉਹੀ ਹੈ। ਘਟ ਘਟ ਅੰਤਰ ਤ੍ਰਿਭਵਨ ਸਾਰਾ। ਫਿਰ ਕਿਆ ਕਾਦਰ ਕਿਨੇ ਨਾ ਲਖਿਆ? ਕਿਸੇ ਨੇ ਕਾਦਰ ਨਹੀਂ ਵੇਖਿਆ। ਕਰਨਹਾਰ, ਬਣਾਉਣਹਾਰ, ਸਿਰਜਣਹਾਰ। ਕੋਈ ਕਹੇ ਮੈਂ ਪੂਰੀ ਤਰ੍ਹਾਂ ਵੇਖ ਲਿਆ, ਭਾਈ ਗੁਰਦਾਸ ਜੀ ਕਹਿੰਦੇ ਝੂਠ ਹੈ। ਕਿਵੇਂ ਵੇਖੇਗਾ ਕੋਈ? ਕਾਦਰ ਰਾਜ ਜ਼ਾਹਰ ਦੀ ਅੱਖ ਨਾਲ ਨਜ਼ਰ ਨਹੀਂ ਪੈਂਦਾ, ਉੱਥੇ ਉਹਦੀ ਮੌਜੂਦਗੀ ਦਾ ਅਹਿਸਾਸ ਹੀ ਹੈ ਬਸ। ਕਾਦਰ ਕਿਨੇ ਨਾ ਲਖਿਆ, ਕੁਦਰਤ ਧਾਰ ਕੀਆ ਅਵਤਾਰਾ। ਜੋ ਕੁਝ ਵੀ ਵੇਖਦੇ ਆ ਇਹ ਉਹਦੀ ਕੁਦਰਤ ਹੈ, ਪੁਰਸਾਬਿਰਾ ਹੈ। ਜਿਹੜਾ ਜ਼ਿਕਰ ਆਇਆ ਪੁਰਸਾਬਰ ਨਹੀਂ ਦਿਸਦਾ, ਪੁਰਸਾਦਮਰਾ ਹੈ। ਸਭ ਪੁਰਸਾਦਮਰਾ ਹੈ, ਸਭ ਪ੍ਰਕਿਰਤੀ ਹੈ, ਸਭ ਕੁਦਰਤ ਹੈ, ਸਭ ਉਹਦਾ ਬਦਲਿਆ ਹੋਇਆ ਰੂਪ ਹੈ, ਜਿਹੜਾ ਰੂਪ ਵਟਾ ਰਿਹਾ ਸਾਰੇ ਦਾ ਸਾਰਾ। ਇਹਨੂੰ ਆਸਾ ਕੀ ਵਾਰ 'ਚ ਬਿਆਨ ਕਰ ਰਹੇ ਸੀਗੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀ ਹੈ, ਦੁਈ ਕੁਦਰਤ ਸਾਜੀ ਹੈ। ਉਹ ਦੁਈ ਕੁਦਰਤ ਦੇ ਰੂਪ ਵਿੱਚ ਸਜ ਗਿਆ। ਕਰ ਆਸਨ ਡਿੱਠੋ ਚਾਓ, ਇਸੇ ਕੁਦਰਤ 'ਚ ਆਸਨ ਲਾ ਲਿਆ ਉਸਨੇ। ਇਸ ਲਈ ਗੁਰਬਾਣੀ ਨੇ ਕਿਸੇ ਚੀਜ਼ ਨੂੰ ਮਾਇਆ ਨਹੀਂ ਕਿਹਾ। ਕੋਈ ਚੀਜ਼ ਮਾਇਆ ਨਹੀਂ ਹੈ, ਸਭ ਕੁਦਰਤ ਤੇ ਕਾਦਰ ਦਾ ਰੂਪ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦੀ ਭਗਤੀ ਜੇ ਪੜ੍ਹਦੇ ਹਾਂ ਤੇ ਬਾਬਾ ਜੀ ਦੀ ਭਗਤੀ ਇਹ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਬਲਿਹਾਰ ਹਾਂ, ਮੈਂ ਵਾਰਨੇ ਜਾਨਾ, ਮੈਂ ਕੁਰਬਾਨ ਜਾਨਾ। ਇਹ ਕੁਦਰਤ ਦੇ ਜਿੰਨੇ ਰੂਪ, ਜਿੰਨੇ ਅਕਸ਼ ਨਕਸ਼ ਨੇ, ਸਭ ਕਿਹਦੇ ਤੋਂ ਨਫ਼ਰਤ ਕਰਾਂ। ਇਸ ਲਈ ਸਿੱਖੀ ਦੇ ਵਿੱਚ ਸਭ ਦੀ ਸੰਭਾਲ ਹੈ, ਸਭ ਨੂੰ ਪਿਆਰ ਹੈ, ਸਭ ਦਾ ਖਿਆਲ ਹੈ। ਸਭ ਹੀ ਉਹਦੇ ਨੇ, ਉਹੀ ਤੇ ਹੈ, ਹੋਰ ਹੈ ਕੌਣ ਹੈ ਉਹਦੇ ਤੋਂ ਬਿਨਾਂ। ਜ਼ਿਕਰ ਆਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਸਭ ਉਹਦੀ ਜੋਤ ਹੈ ਤੇ ਉਹਦੀ ਜੋਤ ਹੀ ਉਹਦੀ ਜਾਤ ਹੈ। ਬਸ
जिन्हें रब की जात नाल जुड़ना ना, एनीवन वांट टू नो हू गॉड इज, एनीबडी वांट टू एक्चुअली मेक कनेक्शन विद द रियल क्रिएटर, then there is only one thing to understand it. ਇੱਕੋ ਚੀਜ਼ ਜਾਤੀ ਜਾ ਸਕਦੀ ਹੈ, ਜੋਤ। ਉਹਦੀ ਜਿਹੜੀ ਡਿਵਾਈਨ ਲਾਈਟ, ਡਿਵਾਈਨ ਜਿਹੜੀ ਪ੍ਰੈਜ਼ੈਂਸ ਆ, ਉਸ ਨੂੰ ਸੁਰਤੇ ਆਪ ਉਹਨੂੰ ਦੇਖਣਾ। ਇਹ ਸਾਰੀ ਗਿਆਨ ਦੀ ਗੱਲ ਹੈ, ਸੋਝੀ ਦੀ ਗੱਲ ਹੈ, ਸਮਝ ਦੀ ਗੱਲ ਹੈ। ਜਿੰਨੀ ਸੋਝੀ ਸਮਝ ਤੁਹਾਡੇ ਅੰਦਰ ਵੱਧਦੀ ਜਾਏਗੀ ਇਸ ਲੈਵਲ ਤੇ, ਤੁਸੀਂ ਚੀਜ਼ਾਂ ਨੂੰ ਇਹਨਾਂ ਦੇ ਡਾਟ ਕਨੈਕਟ ਕਰਦੇ ਜਾਓਗੇ, ਵੱਡੀ ਤਸਵੀਰ ਉਭਰਨੀ ਸ਼ੁਰੂ ਹੋ ਜਾਏਗੀ। ਫਿਰ ਕਿਸੇ ਖਾਸ ਮੂਰਤੀ 'ਚ ਨਹੀਂ ਲੱਭਣ ਜਾਓਗੇ, ਕਿਸੇ ਖਾਸ ਨਾਂ ਵਿੱਚ ਵੀ ਨਹੀਂ ਲੱਭੋਗੇ। ਫਿਰ ਸਾਰੇ ਨਾਮ ਵੀ ਉਹਦੇ ਨਾਂ ਹੀ ਲੱਗਣਗੇ। ਕੋਈ ਅੱਲਾ ਕਹਿ ਦੇ ਤਾਂ ਵੀ ਉਹੀ ਸੁਣੇਗਾ, ਕੋਈ ਰਾਮ ਕਹਿ ਦੇ ਤਾਂ ਵੀ ਉਹੀ ਸੁਣੇਗਾ, ਕੋਈ ਰਹੀਮ ਕਹਿ ਦੇ ਤਾਂ ਵੀ ਉਹ ਸੁਣੇਗਾ, ਕੋਈ ਗੋਬਿੰਦ ਕਹਿ ਦੇ ਤਾਂ ਵੀ ਉਹੀ ਸੁਣੇਗਾ, ਕੋਈ ਬੀਠਲ ਕਹਿ ਦੇ ਤਾਂ ਵੀ ਉਹੀ ਸੁਣੇਗਾ। ਸਭ ਉਹੀ ਹੋ ਜਾਏਗਾ। ਕਿਉਂਕਿ ਰੀਜ਼ਨ ਕੀ ਬਣ ਗਿਆ, ਸਮਝ ਆ ਰਹੀ ਹੈ, ਸੋਝੀ ਆ ਰਹੀ ਹੈ। ਉਹੀ ਤੇ ਹੈ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਅਕਲ ਕਲਾ, ਇੱਕ ਅਕਲ ਦੀ ਕਲਾ ਆ, ਇੰਟਲੈਕਟ। ਜਿੰਨਾ ਸ਼ਾਰਪਨ, ਜਿੰਨਾ ਬੈਸਟ ਹੋਏਗਾ ਬੰਦਾ ਵਧੀਆ ਹੋਏਗਾ। ਪਰ ਇੰਟਲੈਕਟ ਤੋਂ ਵੀ ਪਾਰ ਹੋ ਜਾਣਾ। ਕੁਝ ਚੀਜ਼ਾਂ ਬੌਧਿਕ ਤਲ ਤੇ ਸਮਝ ਆਉਂਦੀਆਂ ਨੇ, ਕੁਝ ਚੀਜ਼ਾਂ ਬੌਧਿਕ ਤਲ ਤੋਂ ਵੀ ਨੈਕਸਟ ਲੈਵਲ ਤੇ ਆ ਜਾਂਦੀਆਂ ਨੇ, ਜਿੱਥੇ ਬੁੱਧੀ ਵੀ ਕੰਮ ਨਹੀਂ ਕਰਦੀ। ਇਹੋ ਇਸੋ ਸਪਿਰਿਚੁਅਲ ਸਾਈਡ ਦੀ ਬਾਤ ਹੋ ਰਹੀ ਹੈ। ਪਰ ਇਹ ਹੈ ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਉਹਦੇ 'ਚ ਆਸਨ ਲਾ ਕੇ ਬੈਠ ਗਿਆ ਉਹ ਚਾਰ ਚੁਫੇਰੇ। ਉਹਨੂੰ ਕਿਹਾ ਅਥੋਨ ਪੁਰਸਾਦ ਮਰਾ। ਅੱਗੇ ਉਹਨੇ ਐਕਸਪਲੇਨ ਹੋਰ ਕਰ ਦਿੱਤਾ, ਅਸਗਾ ਅਸ ਉਸਗਾ। ਅਸਗਾ ਮੈਂ, ਅਸੀਂ, ਉਸਗਾ ਉਹ, ਤੇ ਤੁਸੀਂ। ਤਿੰਨਾਂ ਰੂਪਾਂ ਦੇ ਵਿੱਚ ਅਸਗਾ ਅਸ ਉਸਗਾ, ਮੈਂ, ਤੁਸੀਂ ਤੇ ਉਹ, ਤਿੰਨਾਂ ਰੂਪਾਂ ਦੇ ਵਿੱਚ। ਕਿਉਂਕਿ ਸਾਰੀ ਸਾਡੀ ਜਿਹੜੀ ਪਾਰਟ ਆਫ ਸਪੀਚ ਆ, ਜਿਹੜੀ ਸਾਡਾ ਬੋਲਣ ਦਾ ਤਰੀਕਾ ਆ, ਸਪੀਚ ਕਰਨ ਦਾ ਢੰਗ ਆ, ਇਹ ਤਿੰਨ ਪੱਖਾਂ 'ਚ ਖਤਮ ਹੋ ਜਾਂਦਾ ਹੈ। ਪ੍ਰਥਮ ਵਾਚੀ, ਦਵਿਤੀਯ ਵਾਚੀ ਤੇ ਤ੍ਰਿਤੀਯ ਵਾਚੀ, ਤਿੰਨ ਹੀ ਸੈਂਟੈਂਸ ਬਣਦੇ ਨੇ ਸਿਰਫ। ਮੈਂ ਤੇ ਮੇਰੀ ਦੀ ਗੱਲ ਹੋਏਗੀ, ਤੁਹਾਡੇ ਤੇ ਤੁਸੀਂ ਨਾਲ ਗੱਲ ਹੋਏਗੀ, ਤੇ ਉਹ ਤੇ ਉਹਦੀ ਗੱਲ ਕਰਾਂਗੇ। ਬਸ ਇੰਨੀ ਹੈ। ਮੈਂ, ਤੁਸੀਂ ਤੇ ਉਹ। ਸਭ ਨਾਉਨ ਪ੍ਰੋਨਾਉਨ ਇਹਦੇ 'ਚ ਖਤਮ ਹੋ ਜਾਂਦੇ ਨੇ। ਸੋ ਅਸਗਾ ਅਸ ਉਸਗਾ, ਮੈਂ ਉਹ ਤੇ ਤੁਸੀਂ, ਕੋਈ ਵੀ ਹੋਏ, ਸਭ। ਮਤਲਬ ਇਹ ਕਿ ਆਪਣੀ ਬਾਤ ਕਰਾਂ, ਕਿ ਤੁਹਾਡੀ ਬਾਤ ਕਰਾਂ, ਤੇ ਕਿ ਤੀਸਰੇ ਦੀ ਬਾਤ ਕਰਾਂ। ਸਭ ਅਸਗਾ ਅਸ ਉਸਕਾ। ਹਰ ਕਾ ਬਾਗਰਾ, ਹਰੀ ਦਾ ਬਾਗ ਹੈ, ਸਭ ਉਹਦਾ ਬਾਗ ਬਗੀਚਾ ਹੈ, ਸਭ ਉਹਦਾ ਹੀ ਰੂਪ ਆ, ਸਭ ਉਹਨੇ ਹੀ ਰੂਪ ਵਟਾਇਆ ਹੈ। ਹਰ ਕਾ ਬਾਗਰਾ। ਫਿਰ ਐਗਜ਼ਾਮਪਲ ਦਿੱਤੀ, ਨਾਚੈ ਪਿੰਦੀ ਮੈਂ ਸਾਗਰਾ। ਇਹਦੀ 2-3 ਵਾਰੀ ਬਾਤ ਹੋਏਗੀ ਸ਼ਬਦ ਦੇ ਵਿੱਚ। ਪਿੰਦੀ ਮੈਂ ਸਾਗਰਾ। ਪਿੰਦੀ, ਕਿਉਂਕਿ ਮੈਂ ਬੇਨਤੀ ਕੀਤੀ, ਮਰਾਠੀ ਦਾ ਸ਼ਬਦ ਆ। ਇਹਦੇ ਇੰਝ ਕਹਿ ਲਓ ਮਾਇਨੇ ਕਿ ਪਿੰਦੀ ਦਾ ਮਤਲਬ ਹੁੰਦਾ ਜਿਵੇਂ ਟਿੰਡ ਹੁੰਦੀ ਖੂਹ ਦੀ, ਛੋਟਾ ਜਿਹਾ ਇੱਕ ਪੌਟ, ਬਰਤਨ। ਉਸ ਬਰਤਨ ਦੇ ਵਿੱਚ ਪਾਣੀ। ਖੂਹ ਦੀਆਂ ਟਿੰਡਾਂ ਜਦੋਂ ਵਗਦੀਆਂ ਨੇ ਤਾਂ ਉਹਨਾਂ ਨੂੰ ਦੇਖੋ ਤੁਸੀਂ, ਉਹਦੇ 'ਚ ਹੋ ਸਕਦਾ ਬੜਾ ਡੂੰਘਾ ਖੂਹ ਹੋਏ, 100 ਟਿੰਡਾਂ ਲੱਗੀਆਂ ਹੋਣ, 200, 1000, 500 ਟਿੰਡ ਲੱਗੀ ਹੋਏ, ਤੇ ਉਹਦੇ ਵਿੱਚ ਸਾਰੀਆਂ 'ਚ ਪਾਣੀ ਦੇ ਬਾਟੇ ਛਲਕ ਰਹੇ ਨੇ। ਇਸ ਤਰੀਕੇ ਨਾਲ ਪਾਣੀ ਪਿਆ ਹੋਇਆ। ਬੰਦਾ ਵੇਖਣ ਵਾਲਾ ਕਹੇਗਾ ਹਾਂ ਇਹ 1 ਨੰਬਰ ਟਿੰਡ ਦਾ ਪਾਣੀ ਆ, 2 ਨੰਬਰ, 5 ਨੰਬਰ, 10 ਨੰਬਰ ਇਹਦਾ, ਇਸ ਤਰੀਕੇ ਦੇ ਨਾਲ। ਪਰ ਐਕਚੁਅਲ ਲੈਵਲ ਤੇ ਖੂਹ ਦਾ ਪਾਣੀ ਹੈ, ਇੱਕੋ ਹੀ ਪਾਣੀ ਹੈ। ਇਹ ਪਿੰਦੀ ਉਬ ਕਲਾ ਸੰਸਾਰ ਹੈ। ਸੰਸਾਰ ਆ ਸਾਰਾ ਉਸ ਵੱਖਰੀਆਂ ਵੱਖਰੀਆਂ ਟਿੰਡਾਂ 'ਚ ਪਿਆ ਹੋਇਆ ਇੱਕੋ ਪਾਣੀ ਛਲਕ ਰਿਹਾ। ਜਿਹੜਾ H2O ਦਾ ਕਨਸੈਪਟ ਅਸੀਂ ਦੇਖਦੇ ਹਾਂ ਨਾ, ਐਕਚੁਅਲੀ ਇਹੀ ਹੈ। ਉਹੀ ਪਾਣੀ ਹੈ ਸਾਰਾ, ਉਹੀ 5 ਤੱਤ ਨੇ। ਇਹੀ ਮਨੁੱਖਾਂ ਦੀ ਥੋੜੀ ਸ਼ਕਲ ਵੱਖਰੀ ਹੈ, ਥੋੜਾ ਰੰਗ ਵੱਖਰਾ ਹੈ, ਬਾਕੀ ਉਹੀ ਹੈ ਸਭ। ਪਸਾਰਾ ਉਹਦਾ ਹੀ ਹੈ ਸਾਰਾ। ਸੋ ਜਿਹੜੀ ਉਹਦੀ ਓਮਨੀ ਪ੍ਰੈਜ਼ੈਂਸ ਆ, ਇਹ ਬੰਦੇ ਉਹਨੂੰ ਮਾਣ, ਉਹਨੂੰ ਵੇਖ, ਉਹਨੂੰ ਅਹਿਸਾਸ। ਭਗਤ ਜੀ ਉਸ ਦੌਰ 'ਚ ਨੇ ਜਿਸ ਦੌਰ ਦੇ 'ਚ ਡਿਸਕ੍ਰਿਮੀਨੇਸ਼ਨ, ਲੋਕੀ ਕਹਿੰਦੇ ਨਾ ਡਿਸਕ੍ਰਿਮੀਨੇਸ਼ਨ ਅੱਜ ਹੈ, ਬਲੈਕ ਲਾਈਵ ਮੈਟਰਸ ਤੇ ਬਹੁਤ ਸਾਰੀਆਂ ਮੂਵਮੈਂਟਸ ਚੱਲਦੀਆਂ। ਨਥਿੰਗ, ਕੁਛ ਵੀ ਨਹੀਂ। ਬੰਦੇ ਦੀ ਜ਼ਾਤ ਜਿਸ ਜਗ੍ਹਾ ਤੋਂ ਉਹਨੇ ਜਨਮ ਲੈ ਲਿਆ ਇੱਕ ਵਾਰੀ, ਜਿਸ ਉਹਦਾ ਨਾਂ ਜੋੜ ਦਿੱਤਾ, ਉਹਦੇ ਤੋਂ ਬਾਅਦ ਉਹਦੀ ਸਾਰੀ ਹੋਣੀ ਹੀ ਬਦਲ ਗਈ। ਉਹਦੇ ਲਈ ਸਮਾਜ ਨੇ ਐਸਾ ਇੱਕ ਬਾਕਸ ਬਣਾ ਦਿੱਤਾ, ਉਸ ਤੋਂ ਬਾਹਰ ਉਹ ਝਾਕ ਵੀ ਨਹੀਂ ਸਕਦਾ।
ਉਹਦੇ ਹਰ ਤਰ੍ਹਾਂ ਦਾ ਰਹਿਣ ਸਹਿਣ ਖਾਣ ਪਾਣ ਉਸ ਬਾਕਸ ਵਿੱਚ ਬੰਦ ਕਰ ਦਿੱਤਾ ਬਸ। ਤੇ ਸਾਰੇ ਦੇ ਅੰਦਰ ਵੱਜਿਆ ਹੋਇਆ ਬੰਦਾ ਧਰਮ ਹੀ ਮੰਨਦਾ ਕਿ ਜੋ ਬਸ ਜਿਸ ਸਮਾਜ ਦੀ ਜਿਹੜੀ ਬਣਤਰ ਮੈਨੂੰ ਜਿਹੜੀ ਟ੍ਰੈਡੀਸ਼ਨ ਜਿਹੜੀ ਰਹੋ ਰੀਤ ਜਿਹੜੀ ਵੇ ਆਫ ਲਾਈਫ ਦੇ ਦਿੱਤੀ, ਦੈਟ ਇਜ਼ ਮਾਈ ਧਰਮ, ਦੈਟ ਇਜ਼ ਉਹਦਾ ਧਰਮ, ਉਹਦਾ ਧਰਮ। ਤੇ ਲੜਾਈ ਹੋ ਰਹੀ, ਕੋਈ ਮਾੜਾ ਜਿਹਾ ਮੰਦਰ ਵੱਲ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ, ਜਾਤ ਪਾਤ ਦਾ ਸਾਰਾ ਮਸਲਾ ਖੜਾ ਹੋਇਆ ਸਮਾਜਾਂ ਦੇ ਵਿੱਚ। ਤੇ ਧਰਮ ਦੇ ਨਾਂ ਦੇ ਉੱਤੇ ਸਭ ਕੁਝ ਇਹਨੂੰ ਧਰਮ ਮੰਨਿਆ ਗਿਆ, ਸਾਡਾ ਸਨਾਤਨ ਧਰਮ ਆ, ਮਤਲਬ ਬਹੁਤ ਪਿਓਰ ਤੇ ਬੜਾ ਵਧੀਆ। ਲੜਾਈ ਹੋ ਰਹੀ ਸਾਰੀ, ਇਸ ਸਾਰੇ ਨੂੰ ਤੋੜ ਕੇ ਕਿਹਾ ਉਹ ਦੁਨੀਆ ਦੇ ਲੋਕੋ ਇੱਕ ਰੱਬ ਦੀ ਜੋਤ ਵੇਖੋ ਸਾਰਿਆਂ 'ਚ, ਮਨੁੱਖ ਨੂੰ ਗੁਣ ਕਰਕੇ ਜਾਤੋ। ਗੁਣ ਕਰਕੇ ਜਾਤੋ ਦਾ ਮਤਲਬ ਇਹ ਹੈ ਕਿ ਕੁਆਲਿਟੀ ਦੇਖੋ, ਉਹਦਾ ਕੈਲੀਬਰ ਦੇਖੋ, ਹਿਊਮੈਨਿਟੀ ਦੇ ਵਰਚੂਜ਼ ਨੂੰ ਸਪੋਰਟ ਕਰੋ, ਤਾਂ ਜਾ ਕੇ ਮਨੁੱਖਤਾ ਭਲੀ ਹੋਏਗੀ, ਚੰਗੀ ਹੋਏਗੀ। ਜਿਨ੍ਹਾਂ ਸਮਾਜਾਂ 'ਚ ਅਸੀਂ ਰਹਿ ਰਹੇ ਹਾਂ, ਕਿੱਥੇ ਪੈਦਾ ਹੋਏ ਐਜੂਕੇਸ਼ਨ ਲਈ, ਤਾਲੀਮ ਲਈ, ਇੱਥੇ ਆ ਕੇ ਕਰਮ ਭੂਮੀ ਬਣਾ ਲਿਆ ਇਹਨੂੰ। ਇਹ ਸੁਸਾਇਟੀ ਸਾਰੀ ਦੀ ਸਾਰੀ ਮਾਈਗ੍ਰੇਟਡ ਸੁਸਾਇਟੀ ਕਹਿੰਦੇ ਨੇ ਇਹਨੂੰ, ਮਤਲਬ ਲੋਕੀ ਜਿਹੜੇ ਨੇ ਇਮੀਗ੍ਰਾਂਟ ਹੋ ਕੇ ਇੱਥੇ ਆਏ ਤੇ ਇੱਥੇ ਆ ਕੇ ਵਸੇਬਾ ਕਰ ਲਿਆ। ਟੋਟਲ ਤੁਸੀਂ ਦੇਖੋ ਐਬਰੀਜਨੈਲਿਟੀ ਦੇ ਵਿੱਚ ਲੈਵਲ ਤੇ ਬਿਲਕੁਲ ਥੋੜ੍ਹੇ ਜਿਹੇ ਲੋਕ ਨੇ, ਤੇ ਉਹ ਵੀ ਕਦੀ ਮਾਈਗ੍ਰੇਟ ਹੋ ਕੇ ਆਏ ਨੇ, ਕਹਿੰਦੇ ਨੇ ਜਿਹੜਾ ਹੈਗਾ ਆ ਮਿਡਲ ਈਸਟ ਤੋਂ ਤੇ ਹੋਰ ਉੱਪਰ ਤੋਂ ਇਸ ਤਰੀਕੇ ਦੇ ਨਾਲ। ਪਰ ਜੇ ਦੇਖਿਆ ਜਾ, ਚਲੋ ਪਿਛੋਕੜ 'ਚ ਬਹੁਤ ਪਿੱਛੇ ਹੋਈ ਬਾਤ, ਪਰ ਰੀਸੈਂਟਲੀ ਜਿਹੜੀ ਸਾਰੀ ਦੀ ਸਾਰੀ ਹੈ ਯੂਰਪੀਅਨ ਸੈਟਲਰਸ ਤੋਂ ਲੈ ਕੇ ਹੁਣ ਤੱਕ ਨਾਰਥ ਅਮਰੀਕਨ ਸਾਰੀ ਸੁਸਾਇਟੀ ਜਿਹੜੀ ਹੈ, ਭਾਵੇਂ ਸਟੇਟਸ ਨੇ ਭਾਵੇਂ ਇਹ ਨੇ, ਐਕਚੁਅਲੀ ਤੇ ਉਹ ਲੋਕ ਆਏ ਨੇ ਸਾਰੇ ਮਾਈਗ੍ਰੇਟ ਹੋ ਕੇ ਇੱਥੇ। ਤੇ ਇੱਥੇ ਆ ਕੇ ਖਾਸ ਕਰਕੇ ਜਿਹੜੇ ਅਸੀਂ ਸਾਊਥ ਏਸ਼ੀਅਨ ਖਿੱਤੇ ਤੋਂ ਜਾਂ ਏਸ਼ੀਅਨ ਖਿੱਤੇ ਤੋਂ ਆਏ ਲੋਕ ਆ, ਅਸੀਂ ਆ ਕੇ ਦੇਖਦੇ ਹਾਂ ਇੱਥੇ ਪ੍ਰੋਸਪੈਰਿਟੀ ਹੈ, ਇੱਥੇ ਸਭ ਚੀਜ਼ਾਂ ਨੇ। ਕਿਵੇਂ ਨੇ? ਕਿਉਂਕਿ ਬੰਦੇ ਦੀ ਕਦਰ ਉਹਦੇ ਗੁਣ ਕਰਕੇ ਹੈ, ਉਹਦੀ ਕੈਲੀਬਰ ਕਰਕੇ ਹੈ। ਤੇ ਅਜੇ ਇਹ ਆਈਡੀਅਲ ਨਹੀਂ ਗਾ, ਮੈਂ ਨਹੀਂ ਕਹਿ ਰਿਹਾ ਕਿ ਇਟਸ ਟੋਟਲੀ 100% ਪ੍ਰੋਪਰ ਐਂਡ ਐਵਰੀਥਿੰਗਸ ਫਾਈਨ, ਨਹੀਂ, ਪਰ ਉਸ ਪਾਸੇ ਵਧਣ ਵਾਲਾ ਇੱਕ ਕਦਮ ਜ਼ਰੂਰ ਆ। ਜਦੋਂ ਅਸੀਂ ਗੁਰਮਤ ਆਸ਼ੇ 'ਚ ਦੇਖਦੇ ਹੈਗੇ ਤਾਂ ਗੁਰਮਤ ਆਸ਼ੇ ਸਾਨੂੰ ਇਹ ਸਮਝਾਇਆ ਗਿਆ ਮਨੁੱਖ ਨੂੰ ਮਨੁੱਖ ਕਰਕੇ ਜਾਤਾ ਜਾਏ, ਉਹਦੇ ਗੁਣ ਕਰਕੇ ਜਾਤਾ ਜਾਏ। ਇਹ ਭਗਤੀ ਹੈ। ਇਹਦੇ ਲਈ ਪਹਿਲਾ ਕੰਮ ਤੁਹਾਡੇ ਆਪਣੇ ਮਨ ਦੀ ਦੁਨੀਆ 'ਚ ਹੋਣਾ ਆ, ਤੁਹਾਡੀ ਆਪਣੀ ਸੈਲਫ ਕਲੀਨਿੰਗ ਹੋਣੀ ਹੈ। ਤੁਹਾਡੇ ਅੰਦਰੋਂ ਜਿਹੜੀ ਮਨੁੱਖਾਂ ਦੇ ਪ੍ਰਤੀ ਜਿਹੜੀ ਡਿਸਕ੍ਰਿਮੀਨੇਟ ਕਰਨ ਵਾਲੀ, ਜਿਹੜੀ ਵਿਤਕਰੇਬਾਜ਼ੀ ਕਰਨ ਵਾਲੀ, ਮਨੁੱਖ ਨੂੰ ਮਨੁੱਖ ਤੋਂ ਤੋੜਨ ਵਾਲੀ ਜਿਹੜੀ ਗੱਲ ਆ ਸਾਰੀ ਅੰਦਰੋਂ ਜਾਏਗੀ ਤੁਹਾਡੇ 'ਚੋਂ। ਫਿਰ ਇਹੀ ਨਹੀਂ, ਤੁਸੀਂ ਇੱਕ ਡਿਵਾਈਨ ਐਬਿਲਿਟੀ ਜਨਰੇਟ ਕਰੋਗੇ। ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਆਭਾ ਨੂੰ ਚਾਰ ਚੁਫੇਰੇ ਮੌਜੂਦ ਦੇਖੋਗੇ। ਸੋ ਇਹਦਾ ਬਚਨ ਆਇਆ ਕਿ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਓ। ਇਹ ਮੁੱਖ ਸੁਨੇਹਾ ਹੈ। ਹੁਣ ਸ਼ੁਰੂਆਤੀ ਪਦ ਇਸ ਸ਼ਬਦ ਦਾ ਭਗਤ ਜੀ ਜ਼ਿਕਰ ਕਰ ਰਹੇ ਨੇ, ਪਹਿਲ ਪੁਰੀਏ ਪੁੰਡਰਕ ਵਨਾ। ਸਭ ਤੋਂ ਪਹਿਲਾਂ ਤੇ ਉਸ ਸ਼ਕਤੀ, ਉਸ ਹਸਤੀ ਜਿਹੜਾ ਪਹਿਲ ਪੁਰਸਾਬਿਰਾ ਸੀਗਾ, ਉਸਨੇ ਕੀ ਕੀਤਾ? ਪਹਿਲ ਪੁਰੀਏ ਪੁੰਡਰਕ ਵਨਾ। ਪੁੰਡਰਕ ਵਨਾ ਕਹਿੰਦੇ ਨੇ ਜਿਹੜਾ ਚਿੱਕੜ ਵਿੱਚ ਉੱਗਣ ਵਾਲੇ ਕੌਲ ਦੇ ਫੁੱਲ, ਲੋਟਸ ਫਲਾਵਰ। ਇਹ ਧਰਤੀ ਸਭ ਤੋਂ ਪਹਿਲਾਂ ਉਹਨੇ ਕੌਲ ਦੇ ਫੁੱਲਾਂ ਦੀ ਤਰ੍ਹਾਂ ਬਣਾਈ, ਮੈਟਾਫੋਰ ਹੈ। ਜਦੋਂ ਅਸੀਂ ਦੁਨੀਆ ਦੇਖਦੇ ਹਾਂ, ਸਾਨੂੰ ਦੁਨੀਆ ਬੜੀ ਮਾੜੀ ਨਜ਼ਰ ਪੈਂਦੀ ਹੈ। ਬੰਦਾ ਕਹਿੰਦਾ ਸਭ ਗਾਰਬੇਜ ਹੈ, ਮਤਲਬ ਆਪਣੇ ਤੋਂ ਛੁੱਟ ਹਰ ਕੋਈ ਮਾੜਾ ਲੱਗਦਾ ਹੈ। ਕਿਸੇ ਨੂੰ ਅਕਲ ਨਹੀਂ, ਕਿਸੇ ਨੂੰ ਸੋਝੀ ਨਹੀਂ। ਦੁਨੀਆ ਠੀਕ ਹੋ ਸਕਦੀ ਹੈ ਮੇਰੇ ਮੁਤਾਬਕ ਚੱਲੇ ਤੇ ਬਸ। ਆਹ ਜਿਹੜੀ ਚੀਜ਼ ਬੰਦੇ ਦੀ ਸੋਚ 'ਚ ਪਈ ਹੈ। ਪਰ ਹਕੀਕਤ ਇਹ ਹੈ, ਪਹਿਲ ਪੁਰੀਏ ਪੁੰਡਰਕ ਵਨਾ ਨਹੀਂ। ਇਹ ਸਾਰੀ ਦੁਨੀਆ ਕੌਲ ਦਾ ਫੁੱਲ ਹੈ, ਕੌਲ ਦੇ ਫੁੱਲਾਂ ਦਾ ਬਾਗ ਹੈ। ਕੌਲ ਦੇ ਫੁੱਲਾਂ ਦੇ ਬਾਗ ਦੀ ਹੁਣ ਖਾਸੀਅਤ ਇਹ ਹੈ, ਇੱਥੇ ਚਿੱਕੜ ਵੀ ਹੈ, ਇੱਥੇ ਫੁੱਲ ਵੀ ਹੈ, ਖੁਸ਼ਬੂ ਵੀ ਹੈ। ਤੁਸੀਂ ਸਾਂਝ ਕਿਹਦੇ ਨਾਲ ਪਾਉਣੀ ਹੈ? ਜੇ ਚਿੱਕੜ ਨਾਲ ਪਾਓਗੇ ਤਾਂ ਚਿੱਕੜ ਦਿਸੇਗਾ ਚਾਰ ਚੁਫੇਰੇ। ਈਵਨ ਹੋਰ ਬਾਤ ਛੱਡੋ, ਹਿਊਮਨ ਸਾਈਕੋਲੋਜੀ 'ਚ ਅੱਜ ਤੇ ਇਹ ਗੱਲ ਦੀ ਰਿਸਰਚ ਆ ਗਈ ਹੈ ਸਾਡੇ ਕੋਲ। ਬੰਦਾ ਆਪਣੇ ਆਪ ਦੇ ਵਿੱਚ ਜੇ ਆਪਣੀ ਹੀ ਜੀਵਨ 'ਤੇ ਐਮਫਸਾਈਜ਼ ਕਰੇ, ਜਿਹੜਾ ਹੈਗਾ ਉਹਦੇ 'ਤੇ ਧਿਆਨ ਦੇਵੇ, ਤੇ if we are just paying attention to what the bad stuff or bad actually habits or bad kind of things in our life, we can understand ourselves as a bad person. ਅਸੀਂ ਆਪਣੇ ਆਪ ਨੂੰ ਕਵਾਂਗੇ ਮੇਰੇ ਤੋਂ ਮਾੜਾ ਕੋਈ ਨਹੀਂ ਗਾ। ਜੇ ਐਗਜ਼ੈਕਟਲੀ ਪਰਿਵਾਰ ਦੇ ਵਿੱਚ ਵੇਖਣਾ ਸ਼ੁਰੂ ਕਰ ਦਿਓ, ਘਰਾਂ ਦੇ ਵਿੱਚ ਮੈਂਬਰਸ ਨੇ,
कोई तुहाडा सिबलिंग है, तुहाडा ऑफ स्प्रिंग है, तुहाडा पेरेंट है, कोई है। जस्ट ट्राई टू पे अटेंशन टूवर्ड द एक्चुअली थिंग्स विच यू डिसलाइक, विच यू डोंट लाइक। देन होएगा कि लगेगा सब माड़ा ही माड़ा आ। तो कभी भी इस तरह नहीं होंदा। ये बच्चियां दी फिल्मां च हुंदा आ, दो करैक्टर होंदे ने, एक विलन हुंदा, एक हीरो हुंदा, एक ब्लैक एक वाइट है, सिर्फ ਉਹਦੇ ਚ ਹੁੰਦਾ फैंटसी वर्ल्ड ਦੇ ਵਿੱਚ। रियल वर्ल्ड ਚ कभी ਐਵੇਂ नहीं ਹੁੰਦਾ। रियल वर्ल्ड सारा ग्रे ਹੁੰਦਾ ਹੈ, ਮਿਕਸਚਰ ਹੁੰਦਾ ਹੈ अच्छाई ਤੇ बुराई ਦਾ। ਜਿਹਨੂੰ ਅਸੀਂ ਬਹੁਤ ਬੁਰਾ ਕਹਿੰਦੇ ਆ ਉਹਦੇ ਚ ਵੀ ਬਹੁਤ ਸਾਰੇ ਗੁਣ ਹੁੰਦੇ ਨੇ, ਜਿਹਨੂੰ ਅਸੀਂ ਬਹੁਤ ਗੁਣਾਂ ਵਾਲਾ ਚੰਗਾ ਗਿਣਦੇ ਆ ਉਹਦੇ ਚ ਵੀ ਬੁਰਾਈਆਂ ਹੁੰਦੀਆਂ। ਸਿਰਫ ਇਹ ਹੈ where to pay attention, what to choose। ਜੇ ਇੱਥੇ ਭਗਤ ਜੀ ਦੀ ਬਾਤ ਕਰੀਏ, ਕਹਿੰਦੇ ਪਹਿਲ ਪੁਰੀਏ ਪੁੰਡਰਕ ਵਨਾ। ਹਕੀਕਤ ਇਹ ਹੈ ਸਭ ਤੋਂ ਪਹਿਲਾਂ ਉਹਨੇ ਕੌਲਾਂ ਦੇ ਕੌਲ ਦੇ ਫੁੱਲਾਂ ਦਾ ਬਾਗ ਹੀ ਬਣਾਇਆ। ਭਾਵ ਜਿਹੜਾ ਬੰਦਾ ਕਰਤਾਰੀ ਹਸਤੀ ਵਾਲੇ ਪਾਸੇ ਆਪਣੇ ਆਪ ਨੂੰ ਭਗਤੀ ਭਾਵ ਵਾਲੇ ਪਾਸੇ ਡਿਵੋਸ਼ਨਲ ਐਕਸਰਸਾਈਜ਼ 'ਚ ਲਗਾਉਣਾ ਚਾਹੁੰਦਾ ਆ, ਫੁੱਲਾਂ ਦੇ ਬਾਗ ਨੂੰ ਦੇਖੇ। ਫਿਰ ਅਗਲਾ ਬਚਨ ਆ ਤਾਂਚੇ ਹੰਸਾ ਸਗਲੇ ਜਨਾ, ਮੈਟਾਫੋਰ ਨੂੰ ਥੋੜਾ ਐਕਸਟੈਂਡ ਕੀਤਾ ਆ। ਜਦੋਂ ਬੰਦਾ ਸਿਰਫ ਫੁੱਲਾਂ ਦੇ ਬਾਗ ਨੂੰ ਦੇਖਣਾ ਸ਼ੁਰੂ ਕਰੇਗਾ, ਤਾਂਚੇ ਹੰਸਾ ਸਗਲੇ ਜਨਾ, ਸਾਰੇ ਜੀਆ ਜੰਤ ਫਿਰ ਹੰਸ ਲੱਗਣਗੇ। ਮੀਨ ਬੜੇ ਸੁਪੀਰੀਅਰ ਲੱਗਣਗੇ, ਆਲਾ ਲੱਗਣਗੇ। ਇਹ ਦੁਨੀਆ ਦੀ ਸੇਵਾ ਤਾਂ ਹੀ ਕਰ ਸਕਦਾ ਹੈ ਬੰਦਾ, ਸੰਸਾਰ ਵਿੱਚ ਤਾਂ ਹੀ ਆਪਣੇ ਆਪ ਨੂੰ ਕਨੈਕਟ ਕਰ ਸਕਦਾ। ਅਦਰਵਾਈਜ਼ there were people who were very intellectual, very intelligent, and they were claiming that yes, they are spiritual people, but what they did in history, they became monk. They renounced this world. Why? Because this world is not for us. We cannot fit in this world. This is too bad. This world is full with bad people. So we cannot make any association with it. We have to leave it. What kind of religious practice is it? That's why Baba Ji is saying, no, which दुनिया सेव कमाई है, दुनिया च सेवा कर। सेवा करा माड़े लोग ने सारे। मैनू तो मेरे अपना टब्बर नाल जुड़न नूं जी नहीं करदा, ना माड़ा टब्बर आख ही नहीं लगता, गल ही नहीं सुनता कोई। पर क्योंकि जो नज़र बदलेगी फिर पता लगेगा नहीं, तांचे हंसा सगले जाना, माड़े विच भी चंगे गुण देखने। यही भगती है, यही एक्चुअल लैवल ते बात है। तुसी जिन्हों इमैजिन करते हो कि आही वाइट हुंदा, आही वधिया हुंदा, आही राइट हुंदा, आही परफेक्ट हुंदा, वो नहीं लभेगा कदी। वो आइडिया लभदे हो लोग योगी बन गए, मॉन्क बन गए, जंगलों चले गए, बट नहीं लभ सके। गुरु बाबा जी ने सिर्फ धरती ते खालिस लभ्या, प्योर शुद्ध खालिस। तो खालिस रूप जिहड़ा ऐसा बनाया जिन्हों प्यार करने जी किया, जिन्होंने प्यारे बनाता, प्यारे बिलवड वंस। ये सिक्खी है सारी। इत्थे महाराज बयान करते, तांचे हंसा सगले जना, कृष्णा ते जानू हर हर नाचंती नाचना। कृष्णा कालक, कृष्ण एक अवतार का भी नाम है, पर वह नाम भी तां ही पिया सीगा क्योंकि वह रंग काला सीगा वह। हुण जिहड़ी कालख आ, जिहड़ी माया आ, जिन्हों क्या गया कृष्णा ते जानू हर हर नाचंती नाचना, ये माया ही नाच करा रही है सारी। मेर तेर जिहड़ी है ये भी कुदरत की खेड चों आ रही है। कुछ मेरा आ, कुछ तेरा आ, अपने नूं मैं बचाना आ, तुहाडे नूं खोना आ, यही दुनिया आ सारी। ये सारी रेस लगी हुई है, मैं उहदे तो अगे लंघना है, उन्होंने पिछे छड़ना आ, ये सब चीज़ां चलदियां ने। कृष्ण है माया की खेड है सारी। तो गुरु बाबा जी कहते असीं खेडनी है सारिਆਂ ने, असीं इहदे विच ही रहना है, दुनिया छड्ड के नहीं भजना, पर किसी बेस्ड ऑन सम काइंड ऑफ प्रिंसिपल्स, जिन्होंने अजकल लोग एथिक्स कहते हैं। यू नो, अनएथिकल इज एक्चुअली नथिंग इज गुड इफ समथिंग इज हैपनिंग अंडर अनएथिकल इन्फ्लुएंसिस। जिहड़ा अनएथिकल चीज़ है उहदे इन्फ्लुएंस विच कुछ भी वापरेगा गलत होएगा। एथिकली यस, एथिकली तुसीं कुछ भी ठीक कुछ भी करो, कंपीट करो किसी एथिक्स के लैवल ते, ग्राउंड इक्को जिहा होए भजन वास्ते, सारिਆਂ ਨੂੰ ਇੱਕੋ ਜਿਹੇ मौके मिल। इसलिए कहा जाता है फ्री सोसाइटी बिल्ड करो, इसलिए कहा जाता है सोसाइटी ला
ਜਿਹੜਾ ਹੈਗਾ ਲਾ ਦੇ ਅਕੋਰਡਿੰਗਲੀ, ਇੱਕ ਰੂਲ ਆਫ ਲਾ ਦੇ ਅਕੋਰਡਿੰਗਲੀ ਲੈ ਕੇ ਆਓ। ਸੋ ਇਹ ਚੀਜ਼ਾਂ ਨੇ ਇੱਥੇ ਹੈ, ਤੇ ਖੇਡ ਹੈ ਸਾਰੇ ਦੀ ਸਾਰੀ ਹੈ। ਐਂਡ ਆਫ ਦਾ ਡੇ ਅਸੀਂ ਕਮਾ ਬਣਾ ਖਾ ਕੇ ਇੱਥੋਂ ਵਿਦਾ ਹੋ ਜਾਣਾ ਆ। ਪਰ ਕ੍ਰਿਸ਼ਨਾ ਤੇ ਜਾਨੂ ਇੱਥੋਂ ਹੀ ਪਤਾ ਲੱਗਦਾ ਹੈ, ਹਰ ਹਰ ਨਾਚੰਤੀ ਨਾਚਣਾ, ਇਹ ਹਰੀ ਦੀਆਂ ਬਣਾਈਆਂ ਹੋਈਆਂ ਕਠਪੁਤਲੀਆਂ ਕਿਵੇਂ ਨੱਚ ਰਹੀਆਂ ਨੇ। ਇਹ ਸਾਰੀ ਕੁਦਰਤ ਦੀ ਬਣਾਈ ਹੋਈ ਖੇਡ ਫਿਰ ਇੱਥੇ ਇਹ ਸਮਾਜ, ਇਹ ਦੁਨੀਆ ਸਭ ਨਜ਼ਰ ਆਉਂਦੀ ਹੈ ਇਸ ਰੂਪ ਦੇ ਵਿੱਚ। ਅੱਗੇ ਦੀ ਕੁਝ ਫਰਦਰ ਐਕਸਟੈਂਸ਼ਨ ਹੈਗੀ ਏ। ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕਨਾ। ਜਿਹੜੇ ਇਹ ਸਾਰੇ ਨਾਚੰਤੀ ਗੋਪੀ ਜਨਾ, ਭਾਵੇਂ ਜਨ ਨੇ ਤੇ ਭਾਵੇਂ ਗੋਪੀਆਂ ਨੇ, ਭਾਵੇਂ ਇਸਤਰੀ ਨੇ ਤੇ ਭਾਵੇਂ ਮਰਦ ਨੇ, ਇਹ ਰੂਪ ਜਿਹੜੇ ਨੇ ਨਰਮਾਦੀਨ ਦੇ ਜਿਹੜੇ ਖੇਡ ਸਾਰੀ ਹੋ ਰਹੀ ਹੈ, ਇਹ ਸਭ ਉਹਦਾ ਆਪਣਾ ਰੂਪ ਆ। ਨਈਆ ਤੇ ਬੈਰੇ ਕਨਾ, ਨਈਆ ਨਾਇਕ। ਐਕਚੁਅਲੀ ਸਾਰਿਆਂ ਦੇ ਜਿਹੜਾ ਨਈਆ ਅਸਲ ਨਾਇਕ ਆ, ਅਸਲ ਜਿਹੜਾ ਭੁਗਤਾ ਆ ਭੋਗਣ ਹਾਰ ਆ, ਉਹ ਆਪ ਹੀ ਤੇ ਹੈ। ਬੈਰੇ ਕੰਨਾ, ਉਹਦੇ ਵੱਲ ਨੂੰ ਕੰਨਾ ਮੋੜ ਲਿਆ, ਭਾਵ ਉਹਦਾ ਧਿਆਨ ਹੀ ਨਹੀਂ ਹੈਗਾ। ਇਸ ਲਈ ਖੇਡ ਬੰਦਾ ਡਰਟੀ ਕਰ ਲੈਂਦਾ। ਮਤਲਬ ਇਹ ਕਿ ਤੁਸੀਂ ਖੇਡਦੇ ਹੋ ਸੰਸਾਰ ਦੇ ਵਿੱਚ, ਇੱਕ ਪ੍ਰੋਪਰ ਵੇ ਦੇ ਨਾਲ ਪੜ੍ਹਾਈਆਂ ਕਰਨੀਆਂ, ਕਮਾਈਆਂ ਕਰਨੀਆਂ, ਜੀਵਨ ਵਿੱਚ ਰਹਿਣਾ, ਪਰ ਐਸੀ ਹਾਲਤ 'ਚ ਬਿਲਡ ਕਰ ਲੈਣੀ, ਸ਼ਰੀਕੇਬਾਜ਼ੀ ਪੈਦਾ ਹੋ ਜਾਣੀ, ਨਫ਼ਰਤ ਪੈਦਾ ਹੋ ਜਾਣੀ, ਇੱਕ ਦੂਜੇ ਦੀ ਹੋਂਦ ਮਿਟਾਉਣ ਵਾਸਤੇ ਐਫਰਟ ਪਾਉਣੀ ਸ਼ੁਰੂ ਕਰ ਦੇਣੀ, ਇਹ ਸਭ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਣੀਆਂ। ਇਹ ਕੀ ਹੈ? ਅਸੀਂ ਨਾਇਕ ਵੱਲੋਂ ਮੂੰਹ ਮੋੜ ਲਿਆ, ਸਾਨੂੰ ਭੁੱਲ ਹੀ ਗਿਆ ਅਸੀਂ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਉਹਦਾ ਰੂਪ ਸਾਡੇ ਸਾਰਿਆਂ ਵਿੱਚ ਆ, ਸਾਂਝ ਆ ਸਾਡੀ ਸਾਰਿਆਂ ਦੀ। ਨਫ਼ਰਤਾਂ, ਈਰਖਾ ਦੁਆਹ ਕਿਉਂ ਕਰਨੇ ਕਿਸੇ ਤੋਂ? ਜੀਵਨ ਜੀਓ ਆਪ ਆਪਣੇ ਢੰਗ ਤਰੀਕੇ ਸਲੀਕੇ ਦੇ ਨਾਲ, ਪਰ ਇਹ ਨਹੀਂ ਕਿ ਕਿਸੇ ਨੂੰ ਸਹਿਯੋਗ ਨਹੀਂ ਦੇ ਸਕਦੇ, ਕਿਸੇ ਵਾਸਤੇ ਬਰਬਾਦੀ ਵੀ ਤਬਾਹੀ ਵੀ ਪੈਦਾ ਨਾ ਕਰੋ। ਪਰ ਸਾਹਿਬ ਕਹਿੰਦੇ ਨਈਆ ਤੇ ਬੈਰੇ ਕੰਨਾ, ਮੂੰਹ ਮੋੜ ਲਿਆ। ਤਰਕ ਨਾ ਚਾਹ ਭ੍ਰਮੀਆਂ ਚਾਹ, ਤਰਕ ਵਿਤਰਕ, ਚੀਜ਼ਾਂ ਨੂੰ ਰੈਸ਼ਨਲਾਈਜ਼ ਕਰਕੇ ਅੰਡਰਸਟੈਂਡ ਕਰਨਾ ਬੜੀ ਚੰਗੀ ਗੱਲ ਹੈ। ਪਰ ਕਈ ਵਾਰ ਐਸਾ ਹੁੰਦਾ ਆ, ਜੇ ਤੁਸੀਂ ਡੀਪ ਲੈਵਲ 'ਤੇ ਚਲੇ ਜਾਓ ਨਾ, ਤੇ ਜਿਹਨੂੰ ਅਸੀਂ ਡਾਇਲੋਗ ਕਰਨਾ ਕਹਿੰਦੇ ਆ, ਗੱਲਬਾਤ ਕਰਨੀ ਕਹਿੰਦੇ ਆ। ਦੇਰ ਆਰ 4 ਲੈਵਲ ਆਫ ਐਕਚੁਅਲੀ ਐਵਰੀ ਡਾਇਲੋਗ। ਹਰ ਇੱਕ ਗੱਲਬਾਤ ਨੂੰ 4 ਸ਼੍ਰੇਣੀਆਂ 'ਚ ਵੰਡਿਆ ਜਾਂਦਾ ਹੈਗਾ। ਪਹਿਲੀ ਗੱਲ ਹੁੰਦੀ ਏ ਕਿਸੇ ਰਸ ਵਾਸਤੇ ਗੱਲ ਕਰਨੀ, ਮਤਲਬ ਕਿਸੇ ਦੀ ਗੱਲ ਸੁਣਨੀ, ਕਿਸੇ ਤੋਂ ਗੱਲ ਸੁਣਾਣੀ, ਉਹਦੇ ਵਿੱਚੋਂ ਇੱਕ ਰਸ ਲੈਣਾ। ਇਹ ਦੁਨੀਆ ਇਸ ਤਰ੍ਹਾਂ ਜਿਵੇਂ ਘਰਾਂ ਦੀਆਂ ਗੱਲਾਂ ਹੁੰਦੀਆਂ ਨੇ। ਡਿਊ ਟੂ COVID-19 ਪੈਂਡੈਮਿਕ ਦੀ ਹਾਲਤ ਦੇ ਵਿੱਚ ਜਿਹੜੀ ਡੋਮੈਸਟਿਕ ਤਸਵੀਰ ਹੈ ਘਰਾਂ ਦੀ, ਉਹ ਬਹੁਤ ਹੀ ਚੰਗੀ ਨਹੀਂ ਰਹਿ ਗਈ, ਬਹੁਤ ਬੁਰੀ ਹਾਲਤ ਹੈ। ਮਤਲਬ ਮੈਂ ਤਾਂ ਕੋਈ ਡਾਟਾ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਡਾਈਵੋਰਸ ਰੇਟ ਆ, ਸੈਪਰੇਸ਼ਨ ਵਾਸਤੇ ਜਿਹੜੇ ਕੇਸ ਫਾਈਲ ਹੋ ਰਹੇ ਨੇ, ਇਤਨੇ ਵੱਡੇ ਲੈਵਲ 'ਤੇ ਹੋ ਰਹੇ ਨੇ, ਕਿਉਂਕਿ 24 ਆਵਰਸ ਇੱਕ ਬਾਕਸ 'ਚ ਰਹਿਣਾ ਪੈ ਰਿਹਾ ਲੋਕਾਂ ਨੂੰ, ਬੜਾ ਹਾਰਡ ਹੋ ਰਿਹਾ। ਡੇ ਬਾਈ ਡੇ ਤਸਵੀਰ ਵਿਗੜਦੀ ਜਾ ਰਹੀ ਹੈ। ਉਹਦਾ ਵੱਡਾ ਕਾਰਨ ਕੀ ਹੈ? ਕਮਿਊਨੀਕੇਟ ਕਰਨਾ ਨਹੀਂ ਆਉਂਦਾ। ਇੱਕ ਗੱਲ ਕਹਿੰਦਾ ਆ, ਦੂਸਰਾ ਉਸ ਗੱਲ ਨੂੰ ਅਦਰਵਾਈਜ਼ ਲੈ ਜਾਂਦਾ ਆ, ਤੇ ਅਦਰਵਾਈਜ਼ ਲੈਣ ਕਰਕੇ ਉਹ ਉਹਨੂੰ ਜਿਹੜਾ ਹੈਗਾ ਕਾਊਂਟਰ ਅਟੈਕ ਕਰਦਾ ਆ। ਦੈਨ ਇਨ ਦੈਟ ਵੇ ਦ ਹੋਲ ਸਿਚੁਏਸ਼ਨ ਐਕਚੁਅਲੀ ਕਨਵਰਟ ਅਪਸਾਈਡ ਡਾਊਨ। ਜੇ ਡੀਪ ਲੈਵਲ 'ਤੇ ਕੋਈ ਵੀ ਨਹੀਂ ਚਾਹੁੰਦਾ ਗਲਤ ਹੋਏ, ਪਰ ਗਲਤ ਹੋ ਹੀ ਜਾਂਦਾ ਆ। ਇਹਦਾ ਮਤਲਬ ਰਸ ਲੈਣਾ ਨਹੀਂ ਆਉਂਦਾ। ਗੱਲਬਾਤ ਦਾ ਪਹਿਲਾ ਲੈਵਲ ਇਹ ਹੈ। ਦੂਸਰਾ ਲੈਵਲ ਇਹ ਹੈ ਕਿਸੇ ਨੂੰ ਗੱਲ ਸਮਝਾਉਣੀ ਤੇ ਕਿਸੇ ਦੀ ਗੱਲ ਸਮਝਣੀ। ਇਹਦੇ ਲਈ ਓਪਨ ਮਾਈਂਡਡ ਹੋ ਕੇ ਗੱਲ ਕਰਨੀ। ਇਹ 2 ਚੀਜ਼ਾਂ ਜਿਹੜੀਆਂ ਨੇ ਇਹ ਠੀਕ ਮੰਨੀਆਂ ਗਈਆਂ ਨੇ, ਪਰ ਇਹਦੇ ਮੁਕਾਬਲਤਨ 2 ਗਲਤ ਵੀ ਨੇ। ਉਹ ਇਹ ਵੀ ਮੈਂ ਠੀਕ ਹੋਵਾਂ ਜਾਂ ਗਲਤ ਹੋਵਾਂ, ਮੈਂ ਆਪਣੀ ਗੱਲ ਮਨਾਣੀ ਹੈ। ਦੈਟ ਇਜ਼ ਨੋਟ ਏ ਗੁੱਡ ਤਰਕ। ਇਹ ਚੰਗਾ ਲੌਜਿਕ ਨਹੀਂ ਹੁੰਦਾ। ਇਸ ਦੇ ਮੁਕਾਬਲਤਨ ਜਿਹੜੀ ਚੌਥੀ ਬਾਤ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਕਿ ਮੈਂ ਤੇਰੀ ਗੱਲ ਨਹੀਂ ਮੰਨਣੀ, ਪਰ ਮੇਰੇ ਕੋਲ ਵੀ ਕੋਈ ਗੱਲ ਨਹੀਂ ਤੈਨੂੰ ਦੱਸਣ ਵਾਸਤੇ। ਆਮ ਨੋਟ ਐਕਸੈਪਟਿੰਗ ਯੂਅਰ ਵੇ ਆਫ ਐਕਚੁਅਲੀ ਡੂਇੰਗ ਥਿੰਗਸ ਔਰ accepting things, but at the same time I don't have any other solution. ਸੋ ਇਹ 2 ਚੀਜ਼ਾਂ ਨੇ ਬਹੁਤ ਮਾੜੀਆਂ, 2 ਨੂੰ ਠੀਕ ਮੰਨਿਆ ਗਿਆ। ਤੇ ਫਿਰ ਜ਼ਿਕਰ ਆਇਆ ਇਹੋ ਜਿਹਾ ਤਰਕ, ਉਹ 2 ਤਰੀਕੇ ਦਾ, ਜਿਹਦੇ 'ਚ ਤਰਕ ਤੇ ਕੀਤਾ ਜਾ ਰਿਹਾ ਪਰ ਉਹ ਕਿਤੇ ਲੈ ਕੇ ਨਹੀਂ ਜਾ ਰਿਹਾ। ਅਗਲਾ ਬਚਨ ਹੈ ਕੇਸਵਾ ਬਚਾਉਣੀ ਅਈਏ ਮਈਏ ਇਹ ਕਾਨ ਜਿਓ।
केसवा अकाल पुरख वाहिगुरू केसो बचौनी बचन उदे अइये मईए एक आन जियो की असी ते की तुसी जिहड़ी बात असगा होई सी ओदे विच सब ओदे बचन ने ओदे बोल ने चार चपेरे पिंदी ऊब कले संसारा पानी दियां टिंडां दे विच पानी नच रहा सब ओदा ही पानी है परम परम आए तुम चे द्वारा भगत नामदेव जी कहंदे अखीर सब भटकना मका के मैं तेरे दर ते आ गया ते जो तेरे दर ते आया तू मैनूं पुछ रहा तू कुन रे जदों मैं तेरा डोर आके नॉक किया है ओंकार मैं तेरी हस्ती नूं डायरैक्टली सांझ पाउण वास्ते तू पुछदा है तू कुंदरे मैं कहना मैं जी मैं हाँ नामा नामदेव हाँ जी वो कहते मैनूं पुछदा जवाब दे विच संप्रदाय टीकेकार व्यर्थ करते हैं हाँ जी तू है अजे आर यू स्टिल देयर आर यू स्टिल लिविंग एज ए आई एज ए हाँ तू है अजे वो कहते आला ते निवारना जमकारना इहो ही ते ये मैं ही ते नहीं मुकदी हाँ ही ते नहीं मुकदी मैं मुक जाए फिर ते तू है जिन्होंने कहा सी तू करता तू भया मुझ मैं रहा ना हूँ जब आपा पर का मिट गया जद देखा तद तू जदों ये मिट गई चीज़ फिर तू है फिर तेरा ही तसव्वुर है साहब रहमत करन उदी ओमनी प्रैजेंस नूं असीं इंजॉय कर सकीए जिहड़ी सोशल हारमोनी है इसनूं असीं बिल्ड कर सके यही स्पिरिचुअलिटी है सिੱਖੀ ਦੇ ਮੁਤਾਬਕ ਭਗਤ ਜੀ ਇਹਦੀ ਬਾਤ ਹੀ ਕਰਦੇ ਇਹਦੇ ਜ਼ਰੀਏ ਹੀ ਅਸੀਂ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਕਲਿਆਣ ਕਰ ਸਕਦੇ ਆ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਢਾਡੀ ਵੀਰ ਆ ਕੇ ਨਗਲਾ ਸੇਵਾ ਤੁਹਾਡੀ ਉਹ ਕਰਨਗੇ ਮੈਂ ਇੱਥੇ ਇਜਾਜ਼ਤ ਚਾਹਾਂਗਾ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ